Dear aspirants, I welcome you all in the beautiful platform of Burma Academy. So as you all know, ਆਪਾਂ ਕਰ ਰਹੇ ਸੀ ਵੀ ਨਾਉਨ ਤਾਂ ਨਾਉਨ ਦੀਆਂ ਆਪਣੀਆਂ ਤਿੰਨ ਕਲਾਸਾਂ ਆ ਜਿਹੜੀਆਂ ਹੋ ਚੁੱਕੀਆਂ ਤੇ ਅੱਜ ਹੈ ਆਪਣੀ ਨਾਉਨ ਦੀ 4th ਕਲਾਸ। ਬੇਸਿਕਲੀ ਜਿਹੜੀ ਅੱਜ ਦੀ ਆਪਣੀ ਕਲਾਸ ਰਹੇਗੀ ਉਹ ਹੋਏਗੀ ਇੱਕ ਪ੍ਰੈਕਟਿਸ ਕਲਾਸ। ਆਪਾਂ ਨਾਉਨ ਦੇ ਲਗਭਗ ਸਾਰੇ ਜਿਹੜੇ ਕਨਸੈਪਟ ਨੇ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ ਕੁਝ ਕੁ ਕਨਸੈਪਟ ਹੈ ਜਿਹੜੇ ਆਪਣੇ ਰਹਿੰਦੇ ਆ ਆਪਾਂ ਅੱਜ ਦੀ ਕਲਾਸ ਦੇ ਵਿੱਚ ਵੀ ਉਹਨਾਂ ਨੂੰ ਡਿਸਕਸ ਕਰ ਲੈਣਾ ਹੈ ਤੇ ਇਸ ਤੋਂ ਬਾਅਦ ਆਪਾਂ ਆਪਣੀ ਪ੍ਰੈਕਟਿਸ ਕਲਾਸ ਹੈ ਜਿਹੜੀ ਉਹ ਸਟਾਰਟ ਕਰਾਂਗੇ। ਹਾਂਜੀ ਤਾਂ ਜਿਨ੍ਹਾਂ ਸਟੂਡੈਂਟ ਨੇ ਪਹਿਲੇ ਵੀ 3 ਕਲਾਸਿਸ ਅਟੈਂਡ ਨਹੀਂ ਕੀਤੀਆਂ ਤਾਂ ਆਈ ਰਿਕੁਐਸਟ ਤੁਸੀਂ ਪਹਿਲਾਂ ਉਹਨਾਂ ਨੂੰ ਜੁਆਇਨ ਕਰ ਲਿਓ, ਉਹਨਾਂ ਨੂੰ ਅਟੈਂਡ ਕਰ ਲਿਓ ਕਿਉਂਕਿ ਜਿਹੜੇ ਕਨਸੈਪਟ ਆਪਾਂ ਉੱਥੇ ਕਰ ਚੁੱਕੇ ਹਾਂ ਉਹ ਮੋਸਟ ਇੰਪੋਰਟੈਂਟ ਨੇ ਤੇ ਤੁਹਾਡੇ ਅੱਗੇ ਜਿਹੜੇ ਪ੍ਰੈਕਟਿਸ ਕੁਐਸਚਨ ਹੋਣਗੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਅਪਲਾਈ ਕਰਕੇ ਦੇਖਣਾ ਕਿ ਤੁਹਾਡੇ ਕਨਸੈਪਟ ਕਲੀਅਰ ਹੈ ਜਾਂ ਫਿਰ ਤੁਸੀਂ ਉਹਨਾਂ ਕਲਾਸਿਸ ਨੂੰ ਦੁਬਾਰਾ ਜੁਆਇਨ ਕਰਨਾ ਹੈ। ਹਾਂਜੀ ਤਾਂ ਫਿਰ ਤੁਹਾਡੇ ਕੋਲੇ ਪਹਿਲਾ ਕਨਸੈਪਟ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਕੀਤਾ ਹੋਇਆ ਹੈ। ਤਾਂ ਹਾਂਜੀ ਤਾਂ ਇੱਥੇ ਕਨਸੈਪਟ ਕੀ ਹੈ? Noun used as an adjective must be in a singular form। ਤਾਂ ਹੁਣ ਆਪਾਂ ਇਹ ਰੀਡ ਕਰ ਲਿਆ ਕਿ ਨਾउन ਜੇ ਤੁਸੀਂ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕਰੋਗੇ ਤਾਂ ਉਹ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਹੋਣਾ ਚਾਹੀਦਾ। ਬਟ ਇਹਦਾ ਮੀਨਿੰਗ ਕੀ ਹੋਇਆ? ਤਾਂ ਇਹਦਾ ਮੀਨਿੰਗ ਸਮਝਣ ਦੇ ਲਈ ਲੈਣੇ ਆਪਾਂ ਕੁਝ ਕੁ ਐਗਜ਼ਾਮਪਲਸ। ਹਾਂਜੀ ਤਾਂ ਐਗਜ਼ਾਮਪਲ ਦੇਖਦੇ ਹਾਂ। ਮੈਂ ਇੱਕ ਸੈਂਟੈਂਸ ਬਣਾ ਰਹੀ ਹਾਂ। He is 9 year old। He is 9 year old। ਇੱਕ ਸੈਂਟੈਂਸ ਆਪਾਂ ਇੱਕ ਹੋਰ ਬਣਾਉਣੇ ਆ। He is 9 years old boy। ਹਾਂਜੀ ਤਾਂ ਦੇਖੋ ਆਪਣੇ ਕੋਲੇ ਦੋ ਸੈਂਟੈਂਸ ਹੈ, ਦੋਵਾਂ ਦੇ ਵਿੱਚ ਡਿਫਰੈਂਸ ਕੀ ਹੈ? ਬੇਸਿਕਲੀ ਆਪਾਂ ਜਦੋਂ ਆਪਾਂ ਇੰਟਰੋਡਕਸ਼ਨ ਦੇਣੀ ਹੁੰਦੀ ਆ ਤੁਹਾਨੂੰ ਕੋਈ ਕਹਿ ਦੇ ਤਾਂ ਤੁਸੀਂ ਇੰਟਰੋ ਦਿਓ ਤਾਂ ਤੁਸੀਂ ਕੀ ਕਹਿੰਦੇ ਹੋ? ਆਈ ਐਮ 20 years old, ਆਈ ਐਮ 10 years old। ਤਾਂ ਉਹ ਵਾਲਾ ਵਰਡ ਆਪਾਂ ਯੂਜ਼ ਕਰਦੇ ਹੁੰਦੇ ਆ ਈਅਰ। ਵਰਡ ਯੂਜ਼ ਕਰਦੇ ਆ ਜੀ ਈਅਰਸ ਬਿਕੋਜ਼ ਈਅਰਸ ਹੈ ਜਿਹੜਾ ਉੱਥੇ ਨਾउन ਫਾਰਮ ਦੇ ਵਿੱਚ ਯੂਜ਼ ਕੀਤਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਹੋਇਆ ਵਰਡ ਜਿਵੇਂ 20 9 ਜਾਂ 10 ਤਾਂ ਇਹ ਵਾਲਾ ਵਰਡ ਹੈ ਜਿਹੜਾ ਦੱਸ ਰਹੇ ਹੁੰਦੇ ਵੀ ਉਹ ਚੀਜ਼ ਹੈ ਜਿਹੜੀ ਪਲੂਰਲ ਹੋਏਗੀ। ਮਤਲਬ 20 ਵਰਡ ਹੈ ਜਿਹੜਾ ਇਹ ਪਲੂਰਲਾਈਜ਼ ਕਰ ਰਿਹਾ ਤੁਹਾਡੇ ਨਾउन ਤੇ ਤੁਸੀਂ ਯੂਜ਼ ਕਰ ਲੈਂਦੇ ਹੋ ਈਅਰਸ ਦਾ। ਬਟ ਜੇ ਈਅਰ ਵਰਡ ਤੁਹਾਡੇ ਕੋਲੇ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕੀਤਾ ਹੋ, ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕਿਵੇਂ ਹੋਏਗਾ? ਜਿਵੇਂ ਆਪਣੇ ਕੋਲੇ ਸੈਂਟੈਂਸ ਚੈੱਕ ਕਰੋ, ਫਰਸਟ ਸੈਂਟੈਂਸ ਤੇ ਸੈਕਿੰਡ ਸੈਂਟੈਂਸ। ਦੋ ਸੈਂਟੈਂਸ ਹੈ ਤੁਹਾਡੇ ਕੋਲੇ, ਆਪਾਂ ਸੈਕਿੰਡ ਸੈਂਟੈਂਸ ਦੇਖਦੇ ਪਹਿਲਾਂ। ਹੀ ਇਜ਼ 9 years old boy। ਤਾਂ ਇੱਥੇ ਗੱਲ ਕਿਹਦੀ ਹੋ ਰਹੀ ਹੈ? ਸਿੰਪਲ ਜੇ ਮੈਂ ਕਹਾਂ ਹੀ ਇਜ਼ ਅ boy, ਹੀ ਇਜ਼ ਅ boy ਤਾਂ ਇਹ ਇੱਕ ਸੈਂਟੈਂਸ ਆ ਵੀ ਉਹ ਇੱਕ ਲੜਕਾ ਹੈ। ਬਟ ਜੇ ਮੈਂ ਉਸੇ ਨੂੰ ਹੀ ਕਹਤਾ ਵੀ ਹੀ ਇਜ਼ ਅ 9 year old boy ਤਾਂ ਹੁਣ ਜਿਹੜਾ 9 year old ਹੈ ਇਹ ਇੱਥੇ ਕਿਹਦਾ ਕੰਮ ਕਰ ਰਿਹਾ ਹੈ? ਐਡਜੈਕਟਿਵ ਦਾ ਕੰਮ ਕਰ ਰਿਹਾ ਹੈ। ਉਹ ਪਰਸਨ ਨੂੰ ਆ ਜਿਹੜਾ ਜਿਹੜਾ ਬॉय ਹੈ ਉਹਦੀ ਕੁਆਲਿਟੀ ਦੱਸ ਰਿਹਾ ਵੀ ਬॉय ਕਿਹੜਾ ਹੈਗਾ ਜਿਹੜਾ ਕਿ 9 year ਹੈ। ਤਾਂ ਮਤਲਬ ਇਹ ਕੀ ਕੰਮ ਕਰ ਗਿਆ ਤੁਹਾਡੇ ਕੋਲ? ਐਡਜੈਕਟਿਵ ਦਾ ਕੰਮ ਕਰਿਆ। ਆਪਾਂ ਦੇਖਿਆ ਵੀ ਈਅਰ ਵਰਡ ਹੈ ਜਿਹੜਾ ਹੁਣ ਨਾउन ਦੀ ਫਾਰਮ ਦੇ ਵਿੱਚ ਯੂਜ਼ ਹੁੰਦਾ ਹੈ ਬਟ ਇੱਥੇ ਈਅਰ ਵਰਡ ਹੈ ਜਿਹੜਾ ਤੁਸੀਂ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕਰ ਲਿਆ। ਤਾਂ ਇਹੀ ਹੈ ਜੀ ਤੁਹਾਡਾ ਕਨਸੈਪਟ ਕਿ ਨਾउन ਨੂੰ ਜੇ ਤੁਸੀਂ ਯੂਜ਼ ਕਰ ਰਹੇ ਹੋ ਐਜ਼ ਐਨ ਐਡਜੈਕਟਿਵ ਐਡਜੈਕਟਿਵ ਫਾਰਮ ਦੇ ਵਿੱਚ ਨਾउन ਯੂਜ਼ ਕਰੋਗੇ ਤਾਂ ਤੁਸੀਂ ਉਹਨੂੰ ਕੀ ਲੈਣਾ ਹੈ? ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਨਾ ਹੈ। ਪਲੂਰਲ ਫਾਰਮ ਹੈ ਜਿਹੜੀ ਉਹਦੀ ਯੂਜ਼ ਨਹੀਂ ਕਰ ਪਲੂਰਲ ਫਾਰਮ ਹੋ ਕੇ ਰੌਂਗ ਹੋ ਜਾਏਗੀ। ਤਾਂ ਹਾਂਜੀ ਹੁਣ ਆਪਣੇ ਕੋਲੇ ਇਹ ਵਾਲੀ ਸੈਂਟੈਂਸ ਤਾਂ ਹੁਣ ਦੇਖੋ ਹੀ ਇਜ਼ ਅ ਬॉय ਇਹ ਸੈਂਟੈਂਸ ਆਪਣਾ ਸਹੀ ਹੈ। ਇੱਥੇ ਆਪਾਂ ਯੂਜ਼ ਕੀਤਾ ਹੀ ਇਜ਼ 9 years old boy। boy ਕੀ ਹੈ ਇੱਥੇ ਬੇਸਿਕਲੀ ਨਾउन ਹੈ ਤੇ ਐਡਜੈਕਟਿਵ ਕੀ ਕਰ ਰਿਹਾ ਹੈਗਾ ਉੱਥੇ 9 years old ਕੰਮ ਕਰ ਰਿਹਾ ਐਜ਼ ਐਨ ਐਡਜੈਕਟਿਵ ਦਾ। ਤੇ ਜੇ ਨਾउन ਐਡਜੈਕਟਿਵ ਦਾ ਕੰਮ ਕਰ ਰਿਹਾ ਹੋਵੇ ਤਾਂ ਉਹ ਸਿੰਗੂਲਰ ਫਾਰਮ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਆਪਣੇ ਕੋਲ ਇੱਥੇ ਜਿਹੜਾ ਵਰਡ ਈਅਰਸ ਹੈ ਇਹ ਪਲੂਰਲ ਫਾਰਮ ਦੇ ਵਿੱਚ ਆ ਗਿਆ ਤੇ ਤੁਸੀਂ ਇਹਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰੋਗੇ ਤਾਂ ਤੁਹਾਡਾ ਸਟਰਕਚਰ ਕੀ ਬਣੇਗਾ? ਹੀ ਇਜ਼ 9 year old boy। ਤਾਂ ਤੁਸੀਂ ਇੱਥੇ ਈਅਰਸ ਵਰਡ ਯੂਜ਼ ਹੈ ਜਿਹੜਾ ਨਹੀਂ ਕਰੋਗੇ ਬਿਕੋਜ਼ ਇਹ ਇੱਕ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਹੋਇਆ ਤੇ ਐਡਜੈਕਟਿਵ ਫਾਰਮ ਦੇ ਵਿੱਚ ਨਾउन ਯੂਜ਼ ਕੀਤਾ ਤਾਂ ਤੁਸੀਂ ਉਹਨੂੰ ਸਿੰਗੂਲਰ ਫਾਰਮ ਯੂਜ਼ ਕਰਨਾ ਹੈ। ਤਾਂ ਹੁਣ ਤੁਹਾਡੇ ਕੋਲੇ ਫਰਸਟ ਕੁਐਸਚਨ ਹੈ ਜਿਵੇਂ ਹੀ ਇਜ਼ 9 year old, ਹੀ ਇਜ਼ 9 year old ਇੱਥੇ ਜਿਹੜਾ ਵਰਡ 9 ਹੈ ਜਿਵੇਂ ਆਪਾਂ 20 years ਕੀਤਾ 10 years ਕੀਤਾ ਤਾਂ ਇੱਥੇ 9 ਵਰਡ ਹੈ ਜਿਹੜਾ ਡਿਟਰਮੀਨਰ ਹੈ ਦੱਸ ਰਿਹਾ ਵੀ ਗਿਣਤੀ ਕਿੰਨੀ ਹੈ। ਤਾਂ ਹੁਣ ਇਹ ਪਲੂਰਲ ਵਰਡ ਦੀ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ ਹੈ। 9 ਕੀ ਇੱਕ ਪਲੂਰਲ ਨਾउन ਹੈ ਤਾਂ ਹੁਣ ਪਲੂਰਲ ਹੈ ਇਟ ਮੀਨਸ ਇਸ ਤੋਂ ਅੱਗੇ ਵਾਲਾ ਜਿਹੜਾ ਵਰਡ ਹੋਏਗਾ ਉਹ ਪਲੂਰਲ ਫਾਰਮ ਦੇ ਵਿੱਚ ਹੋਏਗਾ ਤੇ ਤੁਸੀਂ ਈਅਰ ਯੂਜ਼ ਨਹੀਂ ਕਰੋਗੇ ਇੱਥੇ ਤੁਸੀਂ ਯੂਜ਼ ਕਰੋਗੇ ਜੀ ਈਅਰਸ ਦਾ। ਕਿਉਂ ਈਅਰਸ ਦਾ ਯੂਜ਼ ਹੋਇਆ? ਕਿਉਂਕਿ ਇਹੀ ਨਾउन ਦਾ ਕੰਮ ਕਰ ਰਿਹਾ ਕਿਉਂਕਿ ਇੱਥੇ ਹੋਰ ਤੁਹਾਡੇ ਕੋਲੇ ਕੋਈ ਨਾउन ਨਹੀਂ ਜਿਹਦੇ ਵਾਸਤੇ ਐਡਜੈਕਟਿਵ ਦਾ ਕੰਮ ਕਰ ਲੇ। ਤਾਂ ਇੱਥੇ ਤੁਹਾਡਾ ਸੈਂਟੈਂਸ ਇਸੇ ਤਰੀਕੇ ਨਾਲ ਹੀ ਸਹੀ ਹੈ। ਤਾਂ ਹੀ ਇਜ਼ 9 years old ਐਂਡ ਹੀ ਇਜ਼ 9 year old boy। ਤੇ ਤੁਸੀਂ ਚੈੱਕ ਕਰੋਗੇ ਕਿ ਯੂਜ਼ ਕੀਤਾ ਹੋਇਆ ਤੁਹਾਡੇ ਕੋਲੇ ਨਾउन ਐਡਜੈਕਟਿਵ ਹੈ ਜਾਂ ਫਿਰ ਸਿੰਪਲ ਨਾउन ਦੀ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ। ਤਾਂ ਤੁਸੀਂ ਇਹ ਵਾਲਾ ਕਨਸੈਪਟ ਜਿਹੜਾ ਹੈ ਅਪਲਾਈ ਕਰਕੇ ਦੇਖ ਲੈਣਾ। ਹਾਂਜੀ ਤਾਂ ਅੱਜ ਦੀ ਆਪਾਂ ਕਰਦੇ ਹਾਂ ਸਟਾਰਟ ਪ੍ਰੈਕਟਿਸ ਕਲਾਸ। ਤਾਂ ਫਰਸਟ ਕੁਐਸਚਨ ਹੈ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਦਿਖ ਰਿਹਾ ਤਾਂ ਹੁਣ ਆਪਾਂ ਪਿੱਛੇ ਕਨਸੈਪਟ ਕਰਕੇ ਹੀ ਹਟੇ ਹਾਂ ਤਾਂ ਸੇਮ ਕਨਸੈਪਟ ਦੇ ਉੱਤੇ ਆਪਣਾ ਫਰਸਟ ਕੁਐਸਚਨ ਹੈ। ਹਾਂਜੀ ਕਰੋ ਸਟਾਰਟ। Our neighbor whom you met there is 80 year old। ਤਾਂ ਇੱਥੇ ਚੈੱਕ ਕਰੋਗੇ ਤੁਸੀਂ ਨਾउन ਕਿਹੜਾ
ਤਾਂ ਇੱਥੇ ਆਪਾਂ ਜਿਵੇਂ ਅੰਡਰਲਾਈਨ ਕੀਤਾ ਹੀ ਪਿਆ ਹੈ 80 ਈਅਰ ਓਲਡ ਇਹ ਕੀ ਹੈ ਇੱਥੇ ਨਾउन ਦਾ ਕੰਮ ਕਰ ਰਿਹਾ ਕਾਹਦਾ ਕੰਮ ਕਰ ਰਿਹਾ ਜੀ ਨਾउन ਦਾ ਇਹ ਇੱਥੇ ਐਡਜੈਕਟਿਵ ਨਹੀਂ ਹੈਗਾ ਜੇ ਐਡਜੈਕਟਿਵ ਹੁੰਦਾ ਤਾਂ ਤੁਸੀਂ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਨਾ ਸੀ ਇੱਥੇ ਇਹ ਕੰਮ ਕਰ ਰਿਹਾ ਨਾउन ਦਾ ਤੇ ਜਿਹੜਾ ਵਰਡ 80 ਹੈ ਇਹ ਪਲੂਰਲ ਹੈ ਵਰਡ 80 ਹੈ ਜਿਹੜਾ ਇਹ ਪਲੂਰਲ ਹੈ ਇੱਕ ਚੀਜ਼ ਤਾਂ ਨਹੀਂ ਹੈਗੀ 80 ਆ ਤਾਂ ਫਿਰ ਤੁਸੀਂ ਇਹਦੇ ਨਾਲ ਵਾਲਾ ਜਿਹੜਾ ਨਾउन ਹੋ ਉਹਨੂੰ ਵੀ ਪਲੂਰਲ ਫਾਰਮ ਵਿੱਚ ਯੂਜ਼ ਕਰੋਗੇ ਤਾਂ ਇੱਥੇ ਵਰਡ ਈਅਰ ਨਹੀਂ ਆਏਗਾ ਕੀ ਆਏਗਾ ਜੀ ਈਅਰਸ ਆਏਗਾ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਜੇ ਇਹੀ ਸੈਂਟੈਂਸ ਤੁਹਾਡੇ ਕੋਲੇ ਹੁੰਦਾ ਸੇਮ ਦਾ ਸੇਮ ਸੈਂਟੈਂਸ ਹੁੰਦਾ ਬਟ ਇੱਥੇ ਤੁਹਾਡੇ ਕੋਲੇ ਉਲਟ ਤੋਂ ਬਾਅਦ ਵਰਡ ਦਿੱਤਾ ਹੁੰਦਾ ਮੈਂ our neighbor whom you met there is 80 year old man ਤਾਂ ਤੁਸੀਂ ਇੱਥੇ ਈਅਰ ਵਰਡ ਯੂਜ਼ ਕਰਨਾ ਸੀ ਬਟ ਹੁਣ ਇੱਥੇ ਆਪਣੇ ਕੋਲੇ ਮੈਨ ਵਰਡ ਨਾਮ ਦਾ ਕੋਈ ਵਰਡ ਹੀ ਹੈ ਨਹੀਂ ਮੈਨ ਤਾਂ ਦਿੱਤਾ ਹੀ ਨਹੀਂ ਹੋਇਆ ਸਿੰਪਲ ਤੁਹਾਡੇ ਕੋਲੇ ਲਿਖਿਆ ਹੋਇਆ 80 year old ਰਾਈਟ ਮੀਨਸ ਇੱਥੇ 80 years old ਆਊਗਾ ਕਿਉਂਕਿ ਇਹੀ ਨਾउन ਦੀ ਫਾਰਮ ਦੇ ਵਿੱਚ ਆਪਾਂ ਇੱਥੇ ਯੂਜ਼ ਕੀਤਾ ਹੈ ਤੇ ਐਡਜੈਕਟਿਵ ਨਹੀਂ ਹੈਗਾ ਹਾਂਜੀ ਤਾਂ ਸੈਕਿੰਡ ਨੰਬਰ ਸੈਂਟੈਂਸ ਚੈੱਕ ਕਰੋ I have written a 5 pages essay on importance of government ਹਾਂਜੀ ਤਾਂ ਇੱਥੇ ਤੁਸੀਂ ਅਗੇਨ ਫਿਰ ਨਾउन ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ ਜਾਂ ਫਿਰ ਤੁਹਾਡੇ ਕੋਲੇ ਨਾउन ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ ਤਾਂ ਆਪਣੇ ਕੋਲੇ ਦੇਖੋ 5 ਵਰਡ ਹੈ ਜਿਹੜਾ ਐਂਡ ਅਗੇਨ ਉਸ ਤੋਂ ਬਾਅਦ ਯੂਜ਼ ਕੀਤਾ ਹੋਇਆ ਵਰਡ ਪੇਜਸ ਹੈ ਤੇ ਇਸ ਤੋਂ ਬਾਅਦ ਯੂਜ਼ ਕੀਤਾ ਹੋਇਆ ਵਰਡ ਐਸੇ ਹੈ ਹੁਣ ਐਸੇ ਵੀ ਇੱਕ ਨਾउन ਹੈ ਤੇ ਪੇਜਸ ਵੀ ਇੱਕ ਨਾउन ਹੈ 5 ਹੈ ਜਿਹੜਾ ਉਹ ਆਪਾਂ ਨੂੰ ਦੱਸ ਰਿਹਾ ਕਿ ਪੇਜਸ ਕਿੰਨੇ ਹੋਣਗੇ ਹੁਣ 5 ਪੇਜਸ ਐਸੇ ਹੁਣ ਇੱਥੇ ਚੈੱਕ ਕਰੋਗੇ ਤੁਸੀਂ ਵੀ ਜੇ ਤੁਹਾਡੇ ਕੋਲੇ ਵਰਡ 5 ਪੇਜਸ ਨਾ ਹੁੰਦਾ ਤੁਸੀਂ ਸਿੰਪਲ ਕਹਿੰਦੇ ਆਈ ਹੈਵ ਰਿਟਨ ਐਨ ਐਸੇ ਔਨ ਇੰਪੋਰਟੈਂਸ ਆਫ ਗਵਰਨਮੈਂਟ ਤਾਂ ਸੈਂਟੈਂਸ ਸਹੀ ਸੀ ਬਟ ਜਿਹੜਾ 5 ਪੇਜਸ ਦੱਸਦਾ ਵੀ ਜਿਹੜਾ ਤੁਸੀਂ ਐਸੇ ਲਿਖਿਆ ਉਹ 5 ਪੇਜਸ ਦਾ ਹੀ ਹੈ ਤਾਂ ਇਹ ਇੱਥੇ ਨਾउन ਹੈ ਜਿਹੜਾ ਤੁਹਾਡੇ ਕੋਲੇ ਐਡਜੈਕਟਿਵ ਦਾ ਕੰਮ ਕਰਨਾ ਤੁਸੀਂ ਐਸੇ ਲਿਖਿਆ ਉਹ ਐਸੇ ਕਿਹੜਾ ਹੈ ਜਿਹੜਾ 5 ਪੇਜਾਂ ਦਾ ਤਾਂ ਹੁਣ 5 ਪੇਜ ਦਾ ਐਸੇ ਇਟ ਮੀਨਸ ਉਹ ਕੀ ਚੀਜ਼ ਹੋਗੀ ਤੁਹਾਡੇ ਕੋਲੇ ਐਡਜੈਕਟਿਵ ਦਾ ਕੰਮ ਕਰ ਗਈ ਤਾਂ ਇਹ ਵਾਲਾ ਨਾउन ਹੈ ਜਿਹੜਾ ਤੁਹਾਡਾ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕੀਤਾ ਹੈ ਤੁਸੀਂ ਇਹਨੂੰ ਲਓਗੇ ਸਿੰਗੂਲਰ ਫਾਰਮ ਦੇ ਵਿੱਚ ਤਾਂ ਇਹ ਆਏਗਾ ਜੀ ਤੁਹਾਡਾ 5 ਪੇਜ ਐਸੇ 5 ਪੇਜਸ ਐਸੇ ਯੂਜ਼ ਨਹੀਂ ਕਰੋਗੇ ਤੁਸੀਂ ਯੂਜ਼ ਕਰੋਗੇ ਸਿੰਗੂਲਰ ਫਾਰਮ ਦੇ ਵਿੱਚ ਨਾउन ਨੂੰ ਤਾਂ 5 ਪੇਜ ਐਸੇ ਜਿਹੜਾ ਵਰਡ ਹੈ ਤੁਹਾਡੇ ਕੋਲ ਇੱਥੇ ਸਹੀ ਹੋਏਗਾ ਆਈ ਥਿੰਕ ਤੁਹਾਡਾ ਇਹ ਕਨਸੈਪਟ ਕਲੀਅਰ ਹੋ ਗਿਆ ਹੋਏਗਾ ਹਾਂਜੀ ਤਾਂ ਹੁਣ ਤੁਸੀਂ ਚੈੱਕ ਕਰੋਗੇ ਥਰਡ ਨੰਬਰ ਕੁਐਸਚਨ ਨੰਬਰ 3 ਤਾਂ ਹੁਣ ਆਪਾਂ ਪਿੱਛੇ 3 ਕਲਾਸਿਸ ਜਿਹੜੀਆਂ ਅਟੈਂਡ ਕੀਤੀਆਂ ਹੁਣ ਆਪਣੇ ਕਨਸੈਪਟ ਜਿਹੜੇ ਹੋਣਗੇ ਆਪਾਂ ਉਹ 3 ਕਲਾਸਿਸ ਦੇ ਵਿੱਚੋਂ ਦੇਖਣੇ ਆ ਵੀ ਕਿਹੜਾ ਕਨਸੈਪਟ ਇੱਥੇ ਅਪਲਾਈ ਹੋ ਰਿਹਾ ਤਾਂ 3 ਨੰਬਰ ਕੁਐਸਚਨ ਚੈੱਕ ਕਰੋਗੇ ਜੀ ਅਰੇਬੀਅਨ ਨਾਈਟਸ ਆਰ collection of very interesting episodes of adventure ਤਾਂ ਹਾਂਜੀ ਇੱਥੇ ਆਪਣੇ ਕੋਲ ਇੱਕ ਵਰਡ ਦਿੱਤਾ ਹੋਇਆ ਹੈ ਅਰੇਬੀਅਨ ਨਾਈਟਸ ਅਰੇਬੀਅਨ ਨਾਈਟਸ ਤਾਂ ਜੇ ਤੁਹਾਨੂੰ ਕਲਾਸ ਦਾ ਯਾਦ ਹੋਵੇ ਆਪਾਂ ਕਨਸੈਪਟ ਕੀਤਾ ਹੋਇਆ ਕਿ ਜੇ ਕਿਤੇ ਤੁਹਾਡੇ ਕੋਲੇ ਕੋਈ ਵੀ ਟਾਈਟਲ ਆ ਜਾਂਦਾ ਜਿਵੇਂ ਆਪਾਂ ਨੂੰ ਸੈਂਟੈਂਸ ਪੜ੍ਹ ਕੇ ਪਤਾ ਲੱਗ ਗਿਆ ਵੀ ਕਿਸੇ ਐਪੀਸੋਡ ਦੀ ਗੱਲ ਕੀਤੀ ਜਾ ਰਹੀ ਹੈ ਐਪੀਸੋਡਸ ਆਫ ਐਡਵੈਂਚਰ ਦੀ ਗੱਲ ਕੀਤੀ ਜਾ ਰਹੀ ਹੈ ਇਟ ਮੀਨਸ ਜ਼ਿਆਦਾ ਕਿਤੇ ਨੋਵਲ ਵਗੈਰਾ ਦੇ ਵਿੱਚ ਐਪੀਸੋਡਸ ਆਏ ਕਿ ਨੋਵਲ ਦੇ ਐਪੀਸੋਡ ਕਿਸ ਤਰ੍ਹਾਂ ਦੇ ਵਿੱਚ ਐਡਵੈਂਚਰ ਆਇਆ ਜਾਂ ਫਿਰ ਆਪਾਂ ਸੀਰੀਅਲ ਵਗੈਰਾ ਕੋਈ ਮੂਵੀ ਵਗੈਰਾ ਕਹਿ ਸਕਦੇ ਹਾਂ ਤਾਂ ਹੁਣ ਅਰੇਬੀਅਨ ਨਾਈਟ ਹੋਗਾ ਜਿਹੜਾ ਇਹ ਇੱਕ ਟਾਈਟਲ ਹੈ ਅਰੇਬੀਅਨ ਨਾਈਟ ਹੈ ਜਿਹੜਾ ਇਹ ਟਾਈਟਲ ਹੈ ਤੇ ਆਪਾਂ ਕਨਸੈਪਟ ਕੀਤਾ ਹੈ ਕਿ ਜੇ ਟਾਈਟਲ ਦੀ ਗੱਲ ਕੀਤੀ ਜਾ ਰਹੀ ਹੋਵੇ ਤਾਂ ਤੁਸੀਂ ਉਹਨੂੰ ਲੈਣਾ ਹੁੰਦਾ ਹੈ ਸਿੰਗੂਲਰ ਫਾਰਮ ਦੇ ਵਿੱਚ ਟਾਈਟਲ ਲਏ ਜਾਂਦੇ ਆ ਜੀ ਸਿੰਗੂਲਰ ਫਾਰਮ ਦੇ ਵਿੱਚ ਇਟ ਮੀਨਸ ਇਹਦੇ ਨਾਲ ਜਿਹੜੀ ਵਰਬ ਆਏਗੀ ਉਹ ਵੀ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਹੋਊਗੀ ਤਾਂ ਤੁਸੀਂ ਆਰ ਦਾ ਯੂਜ਼ ਨਹੀਂ ਕਰੋਗੇ ਇਹਦੇ ਨਾਲ ਯੂਜ਼ ਹੋਏਗਾ ਇਟ ਦਾ ਤਾਂ ਇਹ ਪਾਰਟ ਆ ਜਿਹੜਾ ਤੁਹਾਡਾ ਐਰਰ ਹੈ ਤਾਂ ਤੁਸੀਂ ਕਰੈਕਸ਼ਨ ਕੀ ਕੀਤੀ ਹੈ ਅਰੇਬੀਅਨ ਨਾਈਟਸ ਟਾਈਟਲ ਦਾ ਨਾਮ ਸੀ ਤਾਂ ਉਹਦੇ ਨਾਲ ਤੁਸੀਂ ਸਿੰਗੂਲਰ ਵਰਬ ਦਾ ਯੂਜ਼ ਕੀਤਾ ਅਰੇਬੀਅਨ ਨਾਈਟਸ ਇਜ਼ ਅ ਕਲੈਕਸ਼ਨ ਆਫ ਵੈਰੀ ਇੰਟਰਸਟਿੰਗ ਐਪੀਸੋਡਸ ਆਫ ਐਡਵੈਂਚਰ ਤਾਂ ਇਹ ਚੀਜ਼ ਤੁਹਾਨੂੰ ਪਹਿਲੇ ਹੀ ਕਲੀਅਰ ਕਰਤੀ ਸੀ ਕਿ ਜੇ ਤੁਹਾਡੇ ਕੋਲ ਕਿਸੇ ਚੀਜ਼ ਦੇ ਟਾਈਟਲ ਦੀ ਗੱਲ ਕੀਤੀ ਗਈ ਹੋਈ ਤਾਂ ਤੁਹਾਨੂੰ ਪਹਿਲਾਂ ਹੀ ਸ਼ੋ ਕਰ ਦਿੱਤਾ ਜਾਏਗਾ ਸੈਂਟੈਂਸ ਪੜ੍ਹ ਕੇ ਪਤਾ ਲੱਗ ਜਾਏਗਾ ਕਿ ਉਹ ਟਾਈਟਲ ਹੈ ਨਹੀਂ ਤਾਂ ਫਿਰ ਤੁਹਾਡਾ ਕੀ ਹੁੰਦਾ ਜਿਵੇਂ ਹੁਣ ਕੋਈ ਮੂਵੀ ਦਾ ਟਾਈਟਲ ਆ ਗਿਆ ਕਿਸੇ ਆਪਣੇ ਕੋਲੇ ਨੋਵਲ ਦਾ ਟਾਈਟਲ ਆ ਗਿਆ ਕਿਸੇ ਵੀ ਚੀਜ਼ ਦਾ ਜਿਹੜਾ ਟਾਈਟਲ ਆਪਣੇ ਕੋਲੇ ਆ ਜਾਂਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਟਾਈਟਲ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਸਿੰਪਲ ਲੈਣਾ ਕਿ ਉਹਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਨਾ ਹੈ ਤਾਂ ਉਹਦੇ ਨਾਲ ਵਰਬ ਆਏਗੀ ਜਿਹੜੀ ਤੁਹਾਡੀ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਹੋਏਗੀ ਆਈ ਥਿੰਕ ਤੁਹਾਡਾ ਥਰਡ ਕੁਐਸਚਨ ਹੈ ਜਿਹੜਾ ਕਲੀਅਰ ਹੋ ਗਿਆ ਹੋਏਗਾ ਹਾਂਜੀ ਹੁਣ ਚੱਕੋ ਤੁਸੀਂ 4 ਨੰਬਰ ਕੁਐਸਚਨ 4 ਨੰਬਰ ਕੁਐਸਚਨ ਦੇ ਵਿੱਚ ਫਾਈਂਡ ਕਰਨੀ ਹੈ ਤੁਸੀਂ ਅਗੇਨ ਐਰਰ ਹਾਂਜੀ ਟਰਾਈ ਕਰੋ ਸੋਲਵ ਕਰੋ recently, I visited Canada and found its sceneries to be breathtaking. ਹਾਂਜੀ ਤਾਂ ਅਗੇਨ ਤੁਹਾਡੇ ਕੋਲੇ ਕੁਐਸਚਨ ਹੈ ਤੇ ਤੁਸੀਂ ਫਾਈਂਡ ਆਊਟ ਕਰਨੀ ਹੈ ਇਹਦੇ ਵਿੱਚ ਐਰਰ ਤਾਂ ਜਿਨ੍ਹਾਂ ਨੇ ਇਹ ਕਲਾਸਿਸ ਜੁਆਇਨ ਕੀਤੀਆਂ ਹੋਈਆਂ ਉਹਨਾਂ ਨੂੰ ਇਹਦੇ ਵਿੱਚ ਐਰਰ ਹੈ ਜਿਹੜੀ ਈਜ਼ੀਲੀ ਫਾਈਂਡ ਹੋ ਗਈ ਹੋਏਗੀ ਤਾਂ ਤੁਸੀਂ ਬੋਰਡ ਦੇਖਿਆ ਇੱਥੇ ਸੀਨਰੀਜ਼ ਤਾਂ ਸੀਨਰੀਜ਼ ਆਪਾਂ ਬੋਰਡ ਕਿੱਥੇ ਪੜਿਆ ਸੀ ਮੈਂ ਤੁਹਾਨੂੰ ਕੁਝ ਵਰਡਸ ਲਿਖਵਾਏ ਸੀ ਅਨਕਾਊਂਟੇਬਲ ਲਿਸਟ ਦੇ ਵਿੱਚ ਅਨਕਾਊਂਟੇਬਲ ਨਾਉਨ ਕੀਤੇ ਸੀ ਆਪਾਂ ਕੰਪਾਊਂਡ ਨਾउन ਦੀ ਕੈਟਾਗਰੀ ਦੇ ਵਿੱਚ ਉੱਥੇ ਆਪਾਂ ਵਰਡ ਪੜਿਆ ਸੀ ਸੀਨਰੀਜ਼ ਤਾਂ ਸੀਨਰੀ ਵਰਡ ਆ ਜਿਹੜਾ ਆਪਾਂ ਡਿਸਕਸ ਕੀਤਾ ਹੈ SCENAR
ਵਾਈ ਸੀਨਰੀਜ਼ ਵਰਡ ਹੈ ਜਿਹੜਾ ਉਹ ਨਹੀਂ ਹੁੰਦਾ। ਤੁਹਾਨੂੰ ਇੱਥੇ ਕੀ ਕਨਸੈਪਟ ਕਰਵਾਇਆ ਸੀ ਕਿ ਅਨਕਾਊਂਟੇਬਲ ਨਾउन ਜੇ ਤੁਹਾਡੇ ਕੋਲ ਕਿਤੇ ਵੀ ਦੇਖਣ ਨੂੰ ਮਿਲਦਾ ਹੈ ਤਾਂ ਤੁਸੀਂ ਉਹਨੂੰ ਐਸ ਦਾ ਈਐਸ ਲਾ ਕੇ ਪਲੂਰਲ ਫਾਰਮ ਨਹੀਂ ਬਣਾ ਸਕਦੇ। ਸੈਕੰਡ ਚੀਜ਼ ਉਹਦੇ ਨਾਲ ਏ ਆਰ ਦਾ ਯੂਜ਼ ਹੈ ਜਿਹੜਾ ਤੁਸੀਂ ਨਹੀਂ ਕਰ ਸਕਦੇ। ਹਾਂਜੀ ਤਾਂ ਹੁਣ ਇੱਥੇ ਆਪਣੇ ਕੋਲੇ ਸੀਨਰੀ ਵਰਡ ਹੁੰਦਾ ਹੈ ਅਨਕਾਊਂਟੇਬਲ ਨਾउन ਤੇ ਸੀਨਰੀਜ਼ ਵਰਡ ਹੈ ਜਿਹੜਾ ਇਹਨਾਂ ਨੇ ਬਣਾ ਕੇ ਯੂਜ਼ ਕੀਤਾ ਹੋਇਆ ਮਤਲਬ ਐਸਈਐਸ ਯੂਜ਼ ਕਰਕੇ ਉਹਨਾਂ ਨੂੰ ਪਲੂਰਲ ਕਰਤਾ ਬਟ ਇਹ ਚੀਜ਼ ਆਪਣੇ ਕੋਲੇ ਰੌਂਗ ਹੈ ਤਾਂ ਤੁਸੀਂ ਇੱਥੇ ਪਾਰਟ ਵਿੱਚ ਕਰੋਗੇ ਐਰਰ। ਇੱਥੇ ਸਬਸਟੀਟਿਊਟ ਕੀ ਹੋ ਸਕਦਾ ਹੈ ਜੇ ਤੁਸੀਂ ਇਹਨੂੰ ਸਹੀ ਕਰਨਾ ਹੋਵੇ ਤਾਂ ਤੁਸੀਂ ਸੀਨਰੀ ਵਰਡ ਹੈ ਜਿਹੜਾ ਇੱਥੇ ਯੂਜ਼ ਕਰੋਗੇ ਤਾਂ ਸੈਂਟੈਂਸ ਸਹੀ ਹੋਏਗਾ। ਰੀਸੈਂਟਲੀ ਆਈ visited Canada and found its a scenery to be breathtaking ਕਲੀਅਰ ਹੈ। ਹਾਂਜੀ ਤਾਂ ਇਹਦੇ ਵਿੱਚ ਸੀ ਪਾਰਟ ਦੇ ਵਿੱਚ ਐਰਰ ਸੀ ਤੁਹਾਡੇ ਕੋਲੇ ਆਨਸਰ ਕੀ ਹੈ ਸੀ ਪਾਰਟ। ਹਾਂਜੀ ਤਾਂ ਅੱਗੇ ਟਰਾਈ ਕਰੋ ਸੋਲਵ ਕਰੋ 5 ਨੰਬਰ ਕੁਐਸਚਨ। She lost her spectacles and is now finding great difficulty in working. Again ਤੁਹਾਡੇ ਕੋਲੇ ਚਾਰ ਪਾਰਟ ਨੇ A, B, C ਤੇ D ਤੁਸੀਂ ਫਾਈਂਡ ਆਊਟ ਕਰਨੀ ਹੈ ਜੀ ਐਰਰ ਤਾਂ ਤੁਸੀਂ ਕੀਤਾ ਹੋਇਆ ਕਨਸੈਪਟ ਜਿਹਦੇ ਵਿੱਚ ਆਪਾਂ ਕੁਝ ਕੁ ਵਰਡ ਡਿਸਕਸ ਕੀਤੇ ਸੀ ਜਿਨ੍ਹਾਂ ਨੂੰ ਹਮੇਸ਼ਾ ਆਪਾਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਦੇ ਹਾਂ। ਹੁਣ ਉਹ ਪਲੂਰਲ ਫਾਰਮ ਦੀ ਲਿਸਟ ਦੇ ਵਿੱਚ ਆਪਾਂ ਕੁਝ ਕੁ ਵਰਡ ਡਿਸਕਸ ਕੀਤੇ ਸੀ ਜਿਹਦੇ ਵਿੱਚ ਆਪਣੇ ਕੋਲੇ ਵਰਡ ਆਏ ਸੀ ਗਲਾਸਸ, ਸਪੈਕਟੈਕਲਸ, ਆਪਾਂ ਬਾਇਨੋਕੂਲਰਸ ਕੀਤਾ ਸੀ, ਜੀਨ ਪੈਂਟਸ ਇਹ ਵਾਲੇ ਸਾਰੇ ਵਰਡ ਜਿਹੜੇ ਆਪਾਂ ਡਿਸਕਸ ਕੀਤੇ ਸੀ ਤਾਂ ਇਹਨਾਂ ਦੇ ਸਾਰਿਆਂ ਨੂੰ ਆਪਾਂ ਕੀ ਲੈਣਾ ਹੁੰਦਾ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨਾ ਹੁੰਦਾ ਹੈ। ਇਹ ਵਰਡ ਦੇ ਪਿੱਛੇ ਐਸ ਈ ਐਸ ਪਹਿਲਾਂ ਹੀ ਐਡ ਜਿਹੜੀ ਆਪਣੇ ਕੋਲੇ ਹੁੰਦੀ ਹੈ ਤਾਂ ਇਹ ਸਾਰੇ ਪਲੂਰਲ ਹੁੰਦੇ ਆ ਤਾਂ ਇਹਨਾਂ ਨੂੰ ਤੁਸੀਂ ਸਿੰਪਲ ਸਿੰਗੂਲਰ ਫਾਰਮ ਵਿੱਚ ਯੂਜ਼ ਨਹੀਂ ਕਰ ਸਕਦੇ। ਹੁਣ ਇੱਥੇ ਤੁਹਾਡੇ ਕੋਲੇ ਵਰਡ ਸਪੈਕਟੈਕਲ ਦਿੱਤਾ ਹੋਇਆ ਹੁਣ ਸਪੈਕਟੈਕਲ ਦੇ ਦੋ ਮੀਨਿੰਗ ਹੁੰਦੇ ਲੈਟ ਅਸ ਡਿਸਕਸ ਸਪੈਕਟੈਕਲ ਵਰਡ। ਹਾਂਜੀ ਸਪੈਕਟੈਕਲ ਸਪੈਕਟੈਕਲ ਦੇ ਹੁਣ ਦੋ ਮੀਨਿੰਗ ਹੈ ਇੱਕ ਤਾਂ ਇਹਦਾ ਮਤਲਬ ਹੁੰਦਾ ਜੀ ਤੁਹਾਡੇ ਕੋਲੇ ਅਗੇਨ ਦ੍ਰਿਸ਼ ਤੇ ਇੱਕ ਐਸੇ ਦਾ ਹੀ ਮੀਨਿੰਗ ਹੁੰਦਾ ਤੁਹਾਡੇ ਕੋਲੇ ਕੋਈ ਚਸ਼ਮਾ ਜਾਂ ਆਪਾਂ ਕਹਿ ਸਕਦੇ ਹਾਂ ਐਨਕ ਬਟ ਇਹਦੇ ਵਾਸਤੇ ਵਰਡ ਜਿਹੜਾ ਹੁੰਦਾ ਤੁਹਾਡੇ ਕੋਲੇ ਸਪੈਕਟੈਕਲਸ ਹੋਣਾ ਸਪੈਕਟੈਕਲਸ। ਸਪੈਕਟੈਕਲਸ ਵਰਡ ਦਾ ਮੀਨਿੰਗ ਹੈ ਚਸ਼ਮਾ ਬਟ ਜੇ ਸਪੈਕਟੈਕਲ ਦੀ ਗੱਲ ਕੀਤੀ ਜਾ ਰਹੀ ਹੈ ਕਿ ਮੀਨਿੰਗ ਹੁੰਦੀ ਦ੍ਰਿਸ਼ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਆਪਾਂ ਇੱਕ ਸੈਂਟੈਂਸ ਬਣਾਈਏ ਦ੍ਰਿਸ਼ ਦੀ ਫਾਰਮ ਦੇ ਵਿੱਚ sunrise is a beautiful spectacle। ਹੁਣ ਇੱਥੇ ਜਿਹੜਾ ਵਰਡ ਸਪੈਕਟੈਕਲ ਹੈ ਇੱਥੇ ਦਾ ਮੀਨਿੰਗ ਕੀ ਹੈ ਦ੍ਰਿਸ਼ ਹੈ ਵੀ ਜਿਹੜਾ ਸਨਰਾਈਜ਼ ਹੁੰਦਾ ਹੈ ਉਹ ਇੱਕ ਵਧੀਆ ਦ੍ਰਿਸ਼ ਹੁੰਦਾ ਹੈ ਬਿਊਟੀਫੁਲ ਦ੍ਰਿਸ਼ ਹੁੰਦਾ ਬਟ ਜਿਹੜਾ ਆਪਣੇ ਕੋਲੇ ਵਰਡ ਸਪੈਕਟੈਕਲਸ ਹੈ ਉਹਦਾ ਮੀਨਿੰਗ ਹੁੰਦਾ ਚਸ਼ਮਾ। ਹੁਣ ਜੇ ਇੱਥੇ ਸਪੈਕਟੈਕਲਸ ਵਰਡ ਦਿੱਤਾ ਹੁੰਦਾ ਤਾਂ ਉਹ ਆਪਣਾ ਰੌਂਗ ਹੋ ਜਾਣਾ ਸੀ। ਇੱਥੇ ਆਪਣੇ ਕੋਲੇ ਵਰਡ ਆਏਗਾ ਸਪੈਕਟੈਕਲ ਬਟ ਜਿੱਥੇ ਆਪਣੇ ਕੋਲੇ ਸਪੈਕਟੈਕਲਸ ਹੋਇਆ ਇਟ ਮੀਨਸ ਉਹਦਾ ਮੀਨਿੰਗ ਹੋਏਗਾ ਚਸ਼ਮਾ। ਤਾਂ ਹੁਣ ਉਹ ਤੁਸੀਂ ਚੈੱਕ ਕਰਨਾ ਕਿ ਵਰਡ ਸਪੈਕਟੈਕਲਸ ਯੂਜ਼ ਕੀਤਾ ਹੋਇਆ ਹੈ ਜਾਂ ਫਿਰ ਸਪੈਕਟੈਕਲ ਮਤਲਬ ਤੁਸੀਂ ਦ੍ਰਿਸ਼ ਫਾਰਮ ਦੇ ਲਈ ਸਪੈਕਟੈਕਲ ਵਰਡ ਯੂਜ਼ ਕਰ ਰਹੇ ਹੋ ਜਾਂ ਫਿਰ ਚਸ਼ਮੇ ਦੇ ਲਈ ਜਾਂ ਐਨਕ ਦੇ ਲਈ ਤੁਸੀਂ ਇਹ ਵਰਡ ਯੂਜ਼ ਕਰ ਰਹੇ ਹੋ। ਤਾਂ ਹੁਣ ਚੈੱਕ ਕਰੋਗੇ ਤੁਸੀਂ ਆਪਣਾ ਕੁਐਸਚਨ ਤਾਂ ਇੱਥੇ ਤੁਹਾਡੇ ਕੋਲੇ ਵਰਡ ਸਪੈਕਟੈਕਲ ਹੈ ਜਿਹੜਾ ਇਹ ਬੇਸਿਕਲੀ ਯੂਜ਼ ਕੀਤਾ ਹੋਇਆ ਹੈ ਐਨਕ ਦੇ ਲਈ ਚਸ਼ਮੇ ਦੇ ਲਈ। ਕਿੱਥੋਂ ਪਤਾ ਲੱਗਿਆ ਕੋਈ ਪਰਸਨ ਹੈ ਉਹਦੇ ਲਾਸਟ ਹੋ ਗਏ ਸਪੈਕਟੈਕਲਸ ਤੇ ਉਹਨੂੰ ਫਾਈਂਡਿੰਗ ਗ੍ਰੇਟ ਡਿਫਿਕਲਟੀ ਹੋ ਰਹੀ ਹੈ ਕਾਹਦੇ ਵਿੱਚ ਕੰਮ ਕਰਨ ਦੇ ਵਿੱਚ ਇਟ ਮੀਨਸ ਉਹਦੀ ਕੋਈ ਐਨਕ ਵਗੈਰਾ ਹੀ ਹੈ ਜਿਹੜੀ ਉਹ ਗੁੰਮੀ ਹੋ ਗਈ ਜਿਹਦੇ ਕਰਕੇ ਉਹਨੂੰ ਡਿਫਿਕਲਟੀ ਹੋ ਰਹੀ ਹੈ ਦੇਖਿਆ ਨਹੀਂ ਜਾ ਰਿਹਾ ਉਹਦੇ ਤੋਂ ਤਾਂ ਇੱਥੇ ਸਪੈਕਟੈਕਲ ਵਰਡ ਹੈ ਜਿਹੜਾ ਇਹਦਾ ਮੀਨਿੰਗ ਚਸ਼ਮਾ ਹੈ ਜੀ ਐਨਕ ਹੈ। ਇੱਥੇ ਤੁਸੀਂ ਯੂਜ਼ ਕਰੋਗੇ ਸਪੈਕਟੈਕਲਸ ਵਰਡ ਸਪੈਕਟੈਕਲ ਨਹੀਂ ਹੋਏਗਾ ਤਾਂ ਇਹ ਪਾਰਟ ਹੈ ਜਿਹੜਾ ਤੁਹਾਡਾ ਰੋਂਗ ਹੈ ਤੇ ਤੁਸੀਂ ਇੱਥੇ ਇਹਨੂੰ ਟਿਕ ਕਰ ਦੇਣਾ। ਹਾਂਜੀ ਤਾਂ 6 ਨੰਬਰ ਕੁਐਸਚਨ ਚੈੱਕ ਕਰੋ people likes to be praised by others। ਅਗੇਨ ਤੁਹਾਡੇ ਕੋਲੇ ਚਾਰ ਪਾਰਟ ਹੈ A B C ਤੇ D ਤੁਸੀਂ ਫਾਈਂਡ ਆਊਟ ਕਰਨੀ ਹੈ ਇੱਥੇ ਐਰਰ ਤਾਂ ਤੁਸੀਂ ਦੇਖਣਾ ਹੈ ਕਿ ਕਿਹੜੇ ਪਾਰਟ ਦੇ ਵਿੱਚ ਐਰਰ। ਤਾਂ ਹੁਣ ਤੁਹਾਡੇ ਕੋਲੇ ਕਨਸੈਪਟ ਯਾਦ ਹੋਏਗਾ ਕਨਸੈਪਟ ਕੀ ਕੀਤਾ ਸੀ ਆਪਾਂ ਦੇਖੇ ਸੀਗੇ 5 P's। ਹੁਣ 5 P ਡਿਸਕਸ ਕੀਤੀਆਂ ਸੀ ਜਦੋਂ ਆਪਾਂ ਉੱਥੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀਆਂ ਇਹ 5 P ਨੇ ਇਹ ਪਲੂਰਲ ਫਾਰਮ ਦੇ ਵਿੱਚ ਯੂਜ਼ ਹੋਣਗੀਆਂ। ਹੁਣ ਕਿਹੜੀਆਂ 5 P ਸੀ ਆਪਾਂ ਵਰਡ ਕੀਤਾ ਸੀ ਪੋਲਟਰੀ, ਪੀਪਲ, ਪੀਜ਼ੈਂਟਰੀ, ਪੁਲਿਸ ਐਂਡ ਪਬਲਿਕ। ਇਹ ਪੰਜ ਵਰਡ ਕੀਤੇ ਸੀ ਆਪਾਂ 5 P ਦੇ ਵਿੱਚ ਡਿਸਕਸ ਤਾਂ ਇਹਨਾਂ ਸਾਰਿਆਂ ਨੂੰ ਆਪਾਂ ਪਲੂਰਲ ਫਾਰਮ ਦੇ ਵਿੱਚ ਜਿਹੜਾ ਯੂਜ਼ ਕਰਨਾ ਇਹਨਾਂ ਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਨਹੀਂ ਕੀਤਾ ਜਾ ਸਕਦਾ। ਤਾਂ ਇਹ ਸਾਰੇ ਪਲੂਰਲ ਨੇ ਇਟ ਮੀਨਸ ਜਿਹੜੇ ਇਹਨਾਂ ਦੇ ਨਾਲ ਵਰਬ ਆਉਣਗੇ ਉਹ ਵੀ ਤੁਸੀਂ ਕੀ ਲਓਗੇ ਪਲੂਰਲ ਫਾਰਮ ਦੇ ਵਿੱਚ ਹੀ ਯੂਜ਼ ਕਰੋਗੇ। ਪਲੂਰਲ ਫਾਰਮ ਦੇ ਵਿੱਚ ਹੀ ਤੁਹਾਡੀ ਵਰਬ ਆਏਗੀ। ਤਾਂ ਹਾਂਜੀ ਹੁਣ ਤੁਹਾਡੇ ਕੋਲੇ ਕੁਐਸਚਨ ਹੈ ਪੀਪਲ ਲਾਈਕਸ ਟੂ ਬੀ ਪ੍ਰੇਜ਼ਡ ਬਾਈ ਅਦਰਸ ਤਾਂ ਜਦੋਂ ਆਪਾਂ ਵਰਬ ਨੂੰ ਸਿੰਗੂਲਰ ਜਾਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨਾ ਤਾਂ ਤੁਹਾਨੂੰ ਇਹ ਚੀਜ਼ ਦੱਸੀ ਸੀ ਕਿ ਵਰਬ ਦੇ ਨਾਲ ਜੋ ਤੁਸੀਂ ਐਸ ਜਾਂ ਈਐਸ ਦਾ ਯੂਜ਼ ਕਰ ਰਹੇ ਹੋ ਤਾਂ ਉਹ ਕੀ ਹੋ ਜਾਂਦੀ ਹੈ ਤੁਹਾਡੇ ਕੋਲੇ ਸਿੰਗੂਲਰ ਹੋ ਜਾਂਦੀ ਹੈ।
ਆਪਾਂ ਨਾउन ਦੇ ਨਾਲ ਐਸ ਲਾ ਕੇ ਉਹਨੂੰ ਪਲੂਰਲ ਬਣਾ ਲੈਣੇ ਆ। ਨਾउन ਦੇ ਨਾਲ ਜੇ ਐਸ ਯੂਜ਼ ਕਰ ਲਈ, ਇਟ ਮੀਨਸ ਉਹ ਵੀ ਹੋ ਜਾਏਗਾ ਤੁਹਾਡਾ ਸਿੰਗੂਲਰ ਟੂ ਪਲੂਰਲ ਯੂਜ਼ ਹੋ ਜਾਏਗਾ। ਸਿੰਗੂਲਰ ਸੀ ਐਸ ਲਾ ਕੇ ਆਪਾਂ ਪਲੂਰਲ ਬਣਾ ਦਾਂਗੇ, ਬਟ ਵਰਬ ਦੇ ਨਾਲ ਜੇ ਐਸ ਦਾ ਯੂਜ਼ ਕਰ ਰਹੇ ਹੋ ਤਾਂ ਇਟ ਮੀਨਸ ਤੁਸੀਂ ਵਰਬ ਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰ ਰਹੇ ਹੋ। ਹੁਣ ਇੱਥੇ ਪੀਪਲ ਵਰਡ ਦਿੱਤਾ ਹੋਇਆ ਹੈ ਜੋ ਕਿ ਇੱਕ ਪਲੂਰਲ ਵਰਡ ਹੈ, ਪਲੂਰਲ ਨਾउन ਹੈ। ਇਹਦੇ ਨਾਲ ਜਿਹੜੀ verb ਦਿੱਤੀ ਹੋਈ ਹੈ ਲਾਈਕਸ, ਤਾਂ ਇੱਥੇ word use ਕੀਤਾ ਹੋਇਆ ਪਿੱਛੇ ਐਸ, ਲਾਈਕ ਦੇ ਪਿੱਛੇ ਲਾਤਾ ਆਪਾਂ ਐਸ, ਇਟ ਮੀਨਸ ਇਹ ਹੋ ਗਈ ਸਿੰਗੂਲਰ, ਇਹ ਵੀ ਹੋਣੀ ਚਾਹੀਦੀ ਸੀ ਪਲੂਰਲ, ਬਿਕੋਜ਼ ਆਪਣੇ ਕੋਲ ਨਾउन ਪਲੂਰਲ ਹੈ ਤਾਂ ਤੁਸੀਂ word use ਕਰੋਗੇ ਲਾਈਕ, verb ਹੋਏਗੀ ਤੁਹਾਡੀ ਲਾਈਕ, ਲਾਈਕਸ ਦਾ ਯੂਜ਼ ਨਹੀਂ ਹੋਏਗਾ ਕਿਉਂਕਿ ਲਾਈਕਸ word ਹੈ ਜਿਹੜਾ ਆਪਣੇ ਕੋਲੇ ਸਿੰਗੂਲਰ verb ਹੈ, ਪਲੂਰਲ ਨਹੀਂ ਹੈਗੀ ਤਾਂ ਤੁਸੀਂ ਯੂਜ਼ ਕਰਨੀ ਹੈ ਜੀ ਪਲੂਰਲ verb। ਤਾਂ ਜਿਹੜਾ ਕੁਐਸਚਨ ਸੀ ਤੁਹਾਡਾ ਉਹਦੇ ਵਿੱਚ ਇਹ ਪਾਰਟ ਦੇ ਵਿੱਚ ਐਰਰ ਸੀ ਤੇ ਕਰੈਕਸ਼ਨ ਕੀ ਹੈ, ਤੁਸੀਂ ਲਾਈਕਸ ਯੂਜ਼ ਨਹੀਂ ਕਰੋਗੇ, ਪੀਪਲ ਲਾਈਕ ਕਰੋਗੇ, ਪੀਪਲ ਲਾਈਕ ਟੂ ਬੀ ਪ੍ਰੇਜ਼ਡ ਬਾਏ others। ਹਾਂਜੀ ਤਾਂ ਇਹ ਪਾਰਟ ਦੇ ਵਿੱਚ ਤੁਹਾਡੀ ਇੱਥੇ ਐਰਰ ਸੀ। ਨੈਕਸਟ ਦੇਖੋਗੇ 7 ਨੰਬਰ ਕੁਐਸਚਨ। 7 ਨੰਬਰ ਕੁਐਸਚਨ ਦੇ ਵਿੱਚ ਕੀ ਹੈ, ਕੈਟਲਸ ਆਰ ਗੇਜ਼ਿੰਗ ਇਨ ਦਾ ਫੀਲਡ। ਤਾਂ ਹੁਣ ਤੁਹਾਡੇ ਕੋਲੇ ਅਗੇਨ ਕੁਐਸਚਨ ਹੈ, ਤੁਸੀਂ ਸੀਜ਼ ਡਿਸਕਸ ਕੀਤੀਆਂ ਸੀ। ਅਗੇਨ ਜਿਵੇਂ ਆਪਾਂ ਪੀ ਡਿਸਕਸ ਕੀਤੀਆਂ 5 ਪੀਸ, ਤਾਂ ਆਪਣੇ ਕੋਲੇ ਆਈਆਂ ਸੀ 3 ਸੀਜ਼। ਜਿਨ੍ਹਾਂ ਨੇ ਕਲਾਸਿਸ ਪਿੱਛੇ ਅਟੈਂਡ ਕੀਤੀਆਂ ਉਹਨਾਂ ਦਾ ਇਹ ਕਨਸੈਪਟ ਰਿਵਾਈਜ਼ ਹੋ ਰਿਹਾ। ਹਾਂਜੀ ਤਾਂ 3 ਸੀਜ਼ ਕੀਤੀਆਂ ਸੀ। ਕਿਹੜੀਆਂ 3 ਸੀਜ਼ ਸੀਗੀਆਂ ਆਪਣੇ ਕੋਲ, ਇੱਕ ਵਰਡ ਸੀ ਕੈਟਲ, ਕੈਵੈਲਰੀ ਐਂਡ ਕਲਚ। ਆਪਾਂ ਇਹ ਤਿੰਨ ਸੀ ਹੈ ਜਿਹੜੀਆਂ ਡਿਸਕਸ ਕੀਤੀਆਂ ਸੀ। ਕੈਟਲ ਵਰਡ ਵੀ ਆਪਣੇ ਕੋਲੇ ਪਲੂਰਲ ਹੈ, ਕੈਵੈਲਰੀ ਵਰਡ ਵੀ ਪਲੂਰਲ ਹੈ ਤੇ ਕਲਰਜੀ ਵਰਡ ਵੀ ਜਿਹੜਾ ਆਪਣੇ ਕੋਲੇ ਪਲੂਰਲ ਹੈ। ਤਾਂ 3 ਸੀਜ਼ ਵੀ ਆਪਣੇ ਕੋਲੇ ਕੀ ਸੀਗੀਆਂ, ਸਾਰੀਆਂ ਪਲੂਰਲ ਨਾउन ਸੀ। ਪਲੂਰਲ ਨਾउन ਦੇ ਬਾਰੇ ਵਿੱਚ ਆਪਾਂ ਇਹਨਾਂ ਨੂੰ ਡਿਸਕਸ ਕੀਤਾ ਸੀ। ਇਟ ਮੀਨਸ ਇਹ ਪਲੂਰਲ ਨੇ ਤਾਂ ਇਹਨਾਂ ਦੇ ਨਾਲ ਵੀ ਜਿਹੜੀ verb ਆਏਗੀ ਤੁਸੀਂ ਪਲੂਰਲ ਫਾਰਮ ਦੇ ਵਿੱਚ ਆ ਜਿਹੜੀ ਉਹ ਯੂਜ਼ ਕਰੋਗੇ। ਹਾਂਜੀ ਤਾਂ ਹੁਣ ਦੇਖੋ ਆਪਣਾ ਕੁਐਸਚਨ, ਤਾਂ ਇੱਥੇ ਆਪਣੇ ਕੋਲੇ ਵਰਡ ਯੂਜ਼ ਕੀਤਾ ਹੋਇਆ ਹੈ 7 ਨੰਬਰ ਦੇ ਵਿੱਚ ਕੈਟਲਸ, ਬਟ ਆਪਣੇ ਕੋਲੇ ਵਰਡ ਹੁੰਦਾ ਸਿੰਪਲ ਕੈਟਲ, ਕਿਉਂਕਿ ਆਪਾਂ ਪਿੱਛੇ ਡਿਸਕਸ ਕੀਤਾ ਹੀ ਹੈ ਕੈਟਲ ਵਰਡ ਹੈ ਜਿਹੜਾ ਇੱਕ ਪਲੂਰਲ ਵਰਡ ਹੈ ਤੇ ਇਸ ਲਈ ਤੁਸੀਂ ਸਿੰਗੂਲਰ ਫਾਰਮ ਦੇ ਵਿੱਚ ਵੀ ਯੂਜ਼ ਹੈ ਜਿਹੜਾ ਕਰ ਲੈਣੇ ਹੋ ਜੇ ਤੁਹਾਡੇ ਕੋਲ ਕਿਸੇ ਇੱਕ ਕੈਟਲ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਹੁਣ ਕੈਟਲਸ ਆਰ ਗੇਜ਼ਿੰਗ ਇਨ ਦਾ ਫੀਲਡ, ਤਾਂ ਇੱਥੇ ਵਰਡ ਕੈਟਲਸ ਨਹੀਂ ਆਏਗਾ, ਕੈਟਲ ਹੀ ਆਏਗਾ, ਬਿਕਾਜ਼ ਕੈਟਲ ਇਜ਼ ਪਲੂਰਲ ਨਾउन। ਤਾਂ ਕੈਟਲ ਆਰ ਗੇਜ਼ਿੰਗ ਇਨ ਦਾ ਫੀਲਡ, ਤਾਂ ਅੱਗੇ ਆਪਣੇ ਕੋਲੇ ਨਾ ਜਿਹੜੀ verb ਦਿੱਤੀ ਹੋਈ ਉਹ ਪਲੂਰਲ ਹੈ ਹੀ, ਤਾਂ ਆਪਾਂ ਵਰਡ ਯੂਜ਼ ਕਰਨਾ ਹੈ ਕੈਟਲ, ਕੈਟਲਸ ਦਾ ਯੂਜ਼ ਵੈਸੇ ਨਹੀਂ ਕੀਤਾ ਜਾ ਸਕਦਾ। ਹਾਂਜੀ ਤਾਂ 8 ਨੰਬਰ ਕੁਐਸਚਨ ਚੈੱਕ ਕਰੋ, ਤਾਂ darts are played by men as well as women। ਤਾਂ ਹੁਣ ਇੱਥੇ ਤੁਹਾਨੂੰ ਵਰਡ ਪਲੇ ਤੋਂ ਪਤਾ ਲੱਗ ਗਿਆ ਵੀ ਕੋਈ ਗੇਮ ਹੋਗੀ ਜਿਹੜੀ ਕਿ ਖੇਡੀ ਜਾਂਦੀ ਹੈ ਕਿਹਦੇ ਦੁਆਰਾ, men as well as women, ਵੀ ਮਤਲਬ ਉਹਦੇ ਨਾਲ ਉਹਨੂੰ ਮੇਲਸ ਵੀ ਖੇਡ ਸਕਦੇ ਆ ਤੇ ਫੀਮੇਲ ਵੀ ਆ ਜਿਹੜੇ ਆਪਣੇ ਚ ਇਹ ਵਾਲੀ ਗੇਮ ਨੂੰ ਖੇਡ ਸਕਦੇ ਆ। ਤਾਂ ਇਹਦਾ ਮਤਲਬ ਇਹ ਕੀ ਹੈ, ਇੱਕ ਗੇਮ ਹੈ, ਡਾਰਟਸ ਕੀ ਹੈ, ਇੱਕ ਗੇਮ ਹੈ। ਤਾਂ ਤੁਸੀਂ ਕੀਤਾ ਸੀਗਾ ਗੇਮ ਵਾਲੇ ਕਨਸੈਪਟ ਦੇ ਵਿੱਚ ਕਿ ਜੇ ਕੋਈ ਤੁਹਾਡੇ ਕੋਲ ਕਿਸੇ ਵੀ ਗੇਮ ਦਾ ਨਾਮ ਆ ਗਿਆ ਤਾਂ ਤੁਸੀਂ ਉਹਨੂੰ ਵੀ ਲੈਣਾ ਹੈਗਾ ਜੀ ਸਿੰਗੂਲਰ ਫਾਰਮ ਦੇ ਵਿੱਚ। ਤਾਂ ਗੇਮਸ ਦੇ ਨਾਮ ਵੀ ਸਿੰਗੂਲਰ ਫਾਰਮ ਦੇ ਵਿੱਚ ਲਏ ਜਾਂਦੇ ਆ, ਐਥਲੈਟਿਕਸ ਹੋ ਗਿਆ, ਡਾਰਟਸ ਹੋ ਗਿਆ, ਬਿਲੀਅਰਡਸ ਹੋ ਗਿਆ, ਕਾਰਡਸ, ਤਾਂ ਇਹ ਸਾਰੇ ਕੀ ਨੇ ਤੁਹਾਡੇ ਕੋਲੇ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਤਾਂ ਡਾਰਟਸ ਵਰਡ ਆਇਆ, ਡਾਰਟਸ ਇੱਕ ਗੇਮ ਦਾ ਨਾਮ ਹੈ ਤਾਂ ਤੁਸੀਂ ਇਹਨੂੰ ਸਿੰਗੂਲਰ ਫਾਰਮ 'ਚ ਯੂਜ਼ ਕਰੋਗੇ, ਸਿੰਗੂਲਰ ਐਟ ਮੀਨਸ verb ਵੀ ਸਿੰਗੂਲਰ ਹੋਏਗੀ, ਤੁਹਾਡੇ ਕੋਲ ਇੱਥੇ verb ਯੂਜ਼ ਕੀਤੀ ਹੋਈ ਹੈ ਪਲੂਰਲ, ਤਾਂ ਤੁਸੀਂ ਕਰੋਗੇ ਇਹਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼। ਤਾਂ ਕੀ ਆਏਗਾ ਜੀ ਤੁਹਾਡੇ ਕੋਲੇ ਇੱਥੇ ਆਂਸਰ ਆਏਗਾ darts is played by men as well as women। ਤਾਂ ਤੁਹਾਡਾ ਆਂਸਰ ਆਇਆ ਇਹ ਪਾਰਟ ਦੇ ਵਿੱਚ ਐਰਰ ਹੈ ਤੇ ਚੈੱਕ ਕੀ ਕੀਤਾ, ਕਰੈਕਸ਼ਨ ਕੀ ਕੀਤੀ, ਤੁਸੀਂ ਆਰ ਦਾ ਯੂਜ਼ ਨਹੀਂ ਕੀਤਾ ਜੀ, ਇਸ ਦਾ ਯੂਜ਼ ਇੱਥੇ ਕੀਤਾ। ਹਾਂਜੀ ਤਾਂ ਅੱਗੇ ਹੈਗਾ ਤੁਹਾਡੇ ਕੋਲੇ 9 ਨੰਬਰ ਕੁਐਸਚਨ। 9 ਨੰਬਰ ਕੁਐਸਚਨ ਚੈੱਕ ਕਰੋ ਤੇ ਟਰਾਈ ਕਰੋ ਇਹਨੂੰ ਸੋਲਵ ਕਰੋ। ਆਲ ਹਰ ਬ੍ਰਦਰ ਇਨ ਲਾਜ਼ ਆਰ ਬਿਊਟੀਫੁਲ ਟੂ ਲੁੱਕ ਐਟ। ਹਾਂਜੀ ਤਾਂ ਕਿੱਥੇ ਐਰਰ ਹੈ, ਆਲ ਹਰ ਬ੍ਰਦਰ ਇਨ ਲਾਜ਼ ਆਰ ਬਿਊਟੀਫੁਲ ਟੂ ਲੁੱਕ ਐਟ। ਤਾਂ ਹੁਣ ਤੁਹਾਨੂੰ ਕਨਸੈਪਟ ਯਾਦ ਆ ਗਿਆ ਹੋਊਗਾ, ਆਪਾਂ ਕਨਸੈਪਟ ਕੀ ਕੀਤਾ ਸੀ ਤਾਂ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਅਗੇਨ। ਤਾਂ ਆਪਾਂ ਵਰਡ ਕੀਤੇ ਸੀ ਕੁਝ ਕੁ ਕੰਪਾਊਂਡ ਨਾउन ਕੀਤੇ ਸੀ, ਕੰਪਾਊਂਡ ਨਾउन ਕੀਤੇ ਸੀ ਜਿਨ੍ਹਾਂ ਦੇ ਵਿੱਚ ਆਪਾਂ ਉਹਨਾਂ ਨੂੰ ਦੇਖਿਆ ਸੀ ਵੀ ਸਿੰਗੂਲਰ ਫਾਰਮ ਦੇ ਵਿੱਚ ਉਹਨਾਂ ਦਾ ਯੂਜ਼ ਕਿਵੇਂ ਹੋਣਾ ਤੇ ਪਲੂਰਲ ਫਾਰਮ ਦੇ ਵਿੱਚ ਉਹਨਾਂ ਦਾ ਯੂਜ਼ ਕਿਵੇਂ ਹੋਣਾ। ਆਪਾਂ ਇੱਕ ਦੋ ਵਰਡ ਹੈ ਜਿਹੜੇ ਅੱਗੇ ਡਿਸਕਸ ਕਰ ਲੈਣਾ, ਜਿਵੇਂ ਆਪਾਂ ਵਰਡ ਕੀਤਾ ਸਨ ਇਨ ਲਾ, ਸਨ ਇਨ ਲਾ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ, ਜੇ ਇਸੇ ਨੂੰ ਤੁਸੀਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰੋਗੇ ਤਾਂ ਤੁਸੀਂ ਕਿਹਨੂੰ ਪਲੂਰਲ ਕਰੋਗੇ ਜੀ, ਮੇਨ ਵਰਡ ਨੂੰ। ਤਾਂ ਮੇਨ ਵਰਡ ਕੀ ਹੈ ਕਿ ਤੁਹਾਡੇ ਕੋਲੇ ਸਨ ਹੈ ਤਾਂ ਪਲੂਰਲ ਫਾਰਮ ਹੋਏਗੀ ਤੁਹਾਡੇ ਕੋਲੇ ਸਨਸ ਇਨ ਲਾ। ਸਿਮਿਲਰਲੀ ਤੁਹਾਡੇ ਕੋਲੇ ਬ੍ਰਦਰ ਇਨ ਲਾ ਦਾ ਬ੍ਰਦਰਸ ਇਨ ਲਾ, ਮਦਰ ਇਨ ਲਾ ਦਾ ਮਦਰਸ ਇਨ ਲਾ, ਫਾਦਰ ਇਨ ਲਾ ਦਾ ਫਾਦਰਸ ਇਨ ਲਾ, ਤੇ ਤੁਹਾਡੇ ਕੋਲੇ ਜਿਹੜਾ ਸਿਸਟਰ ਇਨ ਲਾ ਦਾ ਸਿਸਟਰਸ ਇਨ ਲਾ ਜਿਹੜਾ ਤੁਸੀਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨਾ। ਤਾਂ ਅਗੇਨ ਇੱਥੇ ਇਹ ਤਾਂ ਹੋ ਗਿਆ ਕੋਲੇ ਆਪਣਾ ਰਿਲੇਸ਼ਨਸ਼ਿਪ ਵਾਲਾ ਕੇਸ। ਅਗੇਨ ਆਪਾਂ ਇੱਥੇ ਡਿਸਕਸ ਕੀਤੇ ਸੀ ਕੁਝ ਕਰੈਕਟਸ ਦੇ ਨਾਮ, ਪੋਸਟਸ ਦੇ ਨਾਮ, ਜਿਵੇਂ ਕੋਈ ਆਪਣੇ ਕੋਲ ਟਾਰਨਜਨ, ਟਾਰਨੀ ਜਨਰਲ, ਤਾਂ ਇਹਦਾ ਪਲੂਰਲ ਫਾਰਮ ਤੁਸੀਂ ਕੀ ਬਣਾਓਗੇ, ਅਗੇਨ ਤੁਸੀਂ ਚੈੱਕ ਕਰੋਗੇ ਮੇਨ ਨਾਮ ਕਿਹੜਾ, ਤਾਂ ਮੇਨ ਹੈ ਤੁਹਾਡੇ ਕੋਲ ਅਟਾਰਨੀ, ਤਾਂ ਤੁਸੀਂ ਪਲੂਰਲ ਬਣਾਇਆ ਅਟਾਰਨੀਸ ਜਨ, ਅਟਾਰਨੀਸ ਜਨਰਲ।
ਅਗੇਨ ਤੁਹਾਡੇ ਕੋਲ ਇਹ ਹੋ ਗਿਆ ਕਿਸੇ ਰੈਂਕ ਜਾਂ ਪੋਸਟ ਦਾ ਨਾਮ। ਤਾਂ ਤੁਹਾਨੂੰ ਮੈਂ ਕੁਝ ਕੁ ਨਾਮ ਦੱਸੇ ਸੀ ਜਿਹੜੇ ਆਪਣੇ ਕੋਲ ਸਿੰਪਲ ਹੁੰਦੇ ਆ, ਜਿਵੇਂ ਆਪਾਂ ਕੀਤਾ ਹੋਵੇ ਟੁੱਥਬ੍ਰਸ਼। ਟੁੱਥਬ੍ਰਸ਼ ਟੁੱਥਬ੍ਰਸ਼ ਦਾ ਪਲੂਰਲ ਕੀ ਹੋਏਗਾ, ਚੈੱਕ ਕਰੋਗੇ। ਨਾउन ਜਿਹੜਾ ਆਪਣੇ ਕੋਲੇ ਮੇਨ ਹੈ ਤਾਂ ਬ੍ਰਸ਼ ਵਰਡ ਹੈ ਜਿਹੜਾ ਇੱਥੇ ਮੇਨ ਨਾउन ਹੈ, ਤੇ ਜਿਹੜਾ ਟੁੱਥ ਵਰਡ ਹੈ ਤੇ ਮੋਡੀਫਾਇਰ ਹੈ, ਤਾਂ ਤੁਸੀਂ ਮੇਨ ਨਾउन ਨੂੰ ਬਣਾਓਗੇ ਪਲੂਰਲ ਤਾਂ ਕੀ ਬਣ ਜਾਏਗਾ ਤੁਹਾਡੇ ਕੋਲੇ ਟੁੱਥ ਬ੍ਰਸ਼ਸ। ਟੁੱਥ ਬ੍ਰਸ਼ਸ ਤਾਂ ਕੀ ਚੀਜ਼ ਪਲੂਰਲ ਹੋਈ ਤੁਹਾਡਾ ਮੇਨ ਨਾउन ਹੈ ਜਿਹੜਾ ਪਲੂਰਲ ਹੋ ਰਿਹਾ। ਤਾਂ ਕੰਪਾਊਂਡ ਨਾउन ਦੇ ਕੇਸ ਦੇ ਵਿੱਚ ਆਪਾਂ ਇਹ ਕਨਸੈਪਟ ਡਿਸਕਸ ਕੀਤਾ ਹੋਇਆ ਹੈ। ਤਾਂ ਹੁਣ ਤੁਹਾਡੇ ਕੋਲ ਕਨਸੈਪਟ ਹੈ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਤੁਹਾਡੇ ਯਾਦ ਆ ਗਿਆ ਹੋਵੇਗਾ ਵੀ ਆਪਾਂ ਕਿਵੇਂ ਕੀਤਾ ਸੀ। ਤਾਂ ਹੁਣ ਤੁਸੀਂ ਕਰੋਗੇ ਕੁਐਸਚਨ ਨੰਬਰ 9 ਸੋਲਵ। ਆਲ ਹਰ ਬ੍ਰਦਰ ਇਨ ਲਾਜ਼ ਆਰ ਬਿਊਟੀਫੁਲ ਟੂ ਲੁੱਕ ਐਟ। ਤਾਂ ਤੁਹਾਡੇ ਕੋਲ ਪਤਾ ਲੱਗ ਗਿਆ ਤੁਹਾਨੂੰ ਆਪਾਂ ਵਰਡ ਯੂਜ਼ ਕੀਤਾ ਹੈ ਬ੍ਰਦਰ ਇਨ ਲਾਜ਼। ਤਾਂ ਐਰਰ ਤੁਹਾਡੀ ਇੱਥੇ ਹੀ ਹੈ ਤਾਂ ਤੁਸੀਂ ਸਿੰਪਲ ਟਿਕ ਕੀਤਾ। ਇਹ ਪਾਰਟ ਦੇ ਵਿੱਚ ਐਰਰ ਹੈ ਤਾਂ ਹੁਣ ਇਹਦੀ ਕਰੈਕਸ਼ਨ ਕੀ ਹੋਏਗੀ, ਤਾਂ ਤੁਸੀਂ ਚੈੱਕ ਕਰੋਗੇ ਕਿ ਬ੍ਰਦਰ ਇਨ ਲਾਅ ਦੀ ਗੱਲ ਕੀਤੀ ਜਾ ਰਹੀ ਹੈ, ਹੁਣ ਉਹ ਸਿੰਗਲ ਬ੍ਰਦਰ ਇਨ ਲਾਅ ਦੀ ਗੱਲ ਕੀਤੀ ਜਾ ਰਹੀ ਹੈ, ਜਾਂ ਫਿਰ ਤੁਹਾਡੇ ਕੋਲੇ ਪਲੂਰਲ ਫਾਰਮ ਦੇ ਵਿੱਚ ਬ੍ਰਦਰ ਇਨ ਲਾਅ ਯੂਜ਼ ਕੀਤਾ ਜਾ ਰਿਹਾ, ਤਾਂ ਉਹ ਦੱਸੇਗਾ ਤੁਹਾਨੂੰ ਵਰਡ ਡਿਟਰਮੀਨਰ। ਤਾਂ ਹੁਣ ਇੱਥੇ ਵਰਡ ਯੂਜ਼ ਕੀਤਾ ਹੋਇਆ ਤੁਹਾਡੇ ਕੋਲੇ ਆਲ। ਆਲ ਵਰਡ ਕਿਹਦੇ ਲਈ ਯੂਜ਼ ਕੀਤਾ ਜੀ, ਬ੍ਰਦਰ ਇਨ ਲਾਅ ਦੇ ਲਈ ਯੂਜ਼ ਕੀਤਾ। ਦੈਟ ਮੀਨਸ ਇਹ ਵਾਲਾ ਪਲੂਰਲ ਕਰ ਰਿਹਾ ਨਾ ਤੁਹਾਨੂੰ ਬ੍ਰਦਰ ਇਨ ਲਾਅ ਨੂੰ, ਇਹ ਦੱਸ ਰਿਹਾ ਜੀ ਬ੍ਰਦਰ ਇਨ ਲਾਅ ਨੇ ਜਿਹੜੇ ਉਹ ਗਿਣਤੀ ਦੇ ਵਿੱਚ ਜ਼ਿਆਦਾ ਨੇ, ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤਾ ਤਾਂ ਤੁਸੀਂ ਇੱਥੇ ਯੂਜ਼ ਕਰੋਗੇ ਬ੍ਰਦਰਸ ਇਨ ਲਾਅ। ਤਾਂ ਆਲ ਹਰ ਬ੍ਰਦਰਸ ਇਨ ਲਾਅ ਆਰ, ਅੱਗੇ ਤੁਹਾਡੇ ਕੋਲ ਵਰਬ ਤੁਹਾਡੇ ਕੋਲ ਪਲੂਰਲ ਹੈਗੀ ਹੈ ਬਿਊਟੀਫੁਲ ਟੂ ਲੁੱਕ ਐਟ। ਤਾਂ ਸੈਂਟੈਂਸ ਤੁਹਾਡਾ ਐਵੇਂ ਹੈ ਜਿਹੜਾ ਕਰੈਕਟ ਹੋ ਜਾਏਗਾ ਆਲ ਹਰ ਬ੍ਰਦਰਸ ਇਨ ਲਾਅ ਆਰ ਬਿਊਟੀਫੁਲ ਟੂ ਲੁੱਕ ਐਟ। ਹਾਂਜੀ ਤਾਂ 9 ਨੰਬਰ ਕੁਐਸਚਨ ਆਪਣਾ ਹੋ ਗਿਆ। ਤਾਂ ਆਪਾਂ ਦੇਖਣਾ ਹੁਣ 10 ਨੰਬਰ ਕੁਐਸਚਨ। ਤਾਂ ਟਰਾਈ ਕਰੋ। I have lots of works to do today। ਤਾਂ ਇੱਥੇ ਤੁਹਾਡੇ ਕੋਲ ਇੱਕ ਵਰਡ ਹੈ, ਕਿਹੜਾ ਵਰਡ ਹੈ ਜੀ works। ਆਪਾਂ works ਦਾ ਵੀ ਕਨਸੈਪਟ ਡਿਸਕਸ ਕਰਾਂਗੇ ਜਿਹੜਾ ਕਿ ਆਪਾਂ ਪਿਛਲੀਆਂ ਕਲਾਸਿਸ ਦੇ ਵਿੱਚ ਦੇਖ ਚੁੱਕੇ ਹਾਂ। ਹਾਂਜੀ work word ਵਰਕ ਅਗੇਨ ਆਪਾਂ ਡਿਸਕਸ ਕੀਤਾ ਸੀ ਕੰਪਾਊਂਡ ਆਪਣੇ ਕੋਲੇ ਅਨਕਾਊਂਟੇਬਲ ਨਾउन ਦੇ ਵਿੱਚ। ਅਨਕਾਊਂਟੇਬਲ ਨਾउन्स ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਵਰਡ ਵਰਕ, ਜਦੋਂ ਆਪਾਂ ਕਾਮਨ ਨਾउन ਦੇਖੇ ਸੀਗੇ ਜਿਹਦੇ ਵਿੱਚ ਆਪਾਂ ਦੇਖਿਆ ਸੀਗਾ ਵਰਕ ਵਰਡ ਜੋ ਕਿ ਇੱਕ ਅਨਕਾਊਂਟੇਬਲ ਨਾउन ਸੀ। ਤਾਂ ਅਨਕਾਊਂਟੇਬਲ ਨਾउन ਹੈ ਇਟ ਮੀਨਸ ਇਹਦੇ ਨਾਲ ਤੁਸੀਂ ਐਸ ਲਾ ਕੇ ਇਹਨੂੰ ਪਲੂਰਲ ਨਹੀਂ ਬਣਾ ਸਕਦੇ। ਸੈਕੰਡ ਚੀਜ਼ ਇਹ ਹੈ ਦਾ ਯੂਜ਼ ਇਹਦੇ ਨਾਲ ਡਾਇਰੈਕਟ ਨਹੀਂ ਹੋ ਸਕਦਾ ਜੇਕਰ ਇਹ ਯੂਜ਼ ਕੀਤਾ ਜਾ ਰਿਹਾ ਫॉर ਅਨਕਾਊਂਟੇਬਲ। ਬਟ ਇੱਥੇ ਆਪਣੇ ਕੋਲ ਇੱਕ ਵਰਡ ਆਪਾਂ ਡਿਸਕਸ ਕੀਤਾ ਸੀ ਕਿ ਵਰਕ ਦੇ ਕਈ ਮੀਨਿੰਗ ਹੁੰਦੇ। ਵਰਕ ਦਾ ਸਿੰਪਲ ਮੀਨਿੰਗ ਹੁੰਦਾ ਹੈ ਕੰਮ। ਸੈਕੰਡ ਆਪਾਂ ਇਹਦਾ ਮੀਨਿੰਗ ਡਿਸਕਸ ਕੀਤਾ ਇੱਕ ਲਿਟਰੇਰੀ ਵਰਕ। ਲਿਟਰੇਰੀ ਵਰਕ that is ਸਾਹਿਤਕ ਵਰਕ ਕਹਿ ਸਕਦੇ ਆਪਾਂ, ਸਾਹਿਤਕ ਕੰਮ। ਕੋਈ ਨੋਵਲ ਹੋ ਗਿਆ, ਕੋਈ ਪੋਇਮ ਹੋ ਗਈ, ਸਟੋਰੀ ਹੋ ਗਈ। ਥਰਡ ਆਪਣਾ ਵਰਕ ਦਾ ਮੀਨਿੰਗ ਹੋ ਸਕਦਾ ਜਿਵੇਂ ਫਾਇਰ ਵਰਕਸ ਹੋ ਗਿਆ, ਫੈਕਟਰੀ ਵਰਕਸ ਹੋ ਗਿਆ। ਤਾਂ ਇਹ ਕੀ ਆ ਗਿਆ ਆਪਣੇ ਕੋਲੇ ਇਸ ਤਰੀਕੇ ਨਾਲ ਵਰਕ ਵਰਡ ਹੈ ਜਿਹੜਾ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਹੁਣ ਤੁਸੀਂ ਚੈੱਕ ਕਰੋਗੇ ਕਿ ਵਰਕ ਦਾ ਯੂਜ਼ ਕਿਵੇਂ ਕੀਤਾ ਹੋਇਆ। ਜੇ ਤਾਂ ਲਿਟਰੇਰੀ ਵਰਕ ਦੀ ਗੱਲ ਕੀਤੀ ਜਾ ਰਹੀ ਹੈ, ਸਾਹਿਤਕ ਕੰਮ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਜੇ ਇੱਕ ਨੋਵਲ ਹੈ ਤਾਂ ਤੁਸੀਂ ਸਿੰਪਲ ਵਰਡ ਵਰਕ ਯੂਜ਼ ਕਰ ਲੈਂਦੇ ਹੋ ਦੈਟ ਇਜ਼ ਸਿੰਗੂਲਰ ਫਾਰਮ ਦੇ ਵਿੱਚ ਇਹ ਵਾਲਾ ਵਰਡ ਯੂਜ਼ ਹੋ ਜਾਂਦਾ ਹੈ। ਜੇ ਇਸ ਨੂੰ ਆਪਾਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰ ਰਹੇ ਹਾਂ ਮਤਲਬ ਕਿਸੇ ਰਾਈਟਰ ਦੇ ਜ਼ਿਆਦਾ ਨੋਵਲਸ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਇਹਨੂੰ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰੋਗੇ। ਵਰਕਸ ਵਰਡ ਯੂਜ਼ ਹੈ ਜਿਹੜਾ ਤੁਸੀਂ ਇੱਥੇ ਕਰ ਲਓਗੇ। ਸਿਮਿਲਰਲੀ ਤੁਹਾਡੇ ਕੋਲੇ ਵਰਕਸ ਵਰਡ ਦਾ ਯੂਜ਼ ਹੁੰਦਾ ਜਿਵੇਂ ਫਾਇਰ ਵਰਕਸ ਹੋ ਗਿਆ, ਫੈਕਟਰੀ ਵਰਕਸ ਹੋ ਗਿਆ, ਫੀਲਡ ਵਰਕਸ ਹੋ ਗਿਆ, ਤਾਂ ਉੱਥੇ ਵਰਡ ਵਰਕਸ ਯੂਜ਼ ਕੀਤਾ ਜਾਂਦਾ ਹੈ। ਬਟ ਜਿੱਥੇ ਤੁਹਾਡੇ ਕੋਲੇ ਸਿੰਪਲ ਕੰਮ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਇਹ ਅਨਕਾਊਂਟੇਬਲ ਨਾउन ਦਾ ਕੰਮ ਕਰਨਗੇ। ਅਨਕਾਊਂਟੇਬਲ ਹੁੰਦਾ ਜਿੱਥੇ ਤੁਹਾਡੇ ਕੋਲੇ ਸਿੰਪਲ ਕੰਮ ਦੀ ਗੱਲ ਕੀਤੀ ਜਾ ਰਹੀ ਹੈ। ਉਹ ਤੁਸੀਂ ਕਿਵੇਂ ਆਇਡੈਂਟੀਫਾਈ ਕਰਨਾ ਹੈ, ਤੁਸੀਂ ਚੈੱਕ ਕਰੋਗੇ ਕਿ ਸੈਂਟੈਂਸ ਦੇ ਵਿੱਚ ਦਿੱਤਾ ਹੋਇਆ ਵਰਡ ਲਿਟਰੇਰੀ ਵਰਕ ਲਈ ਤਾਂ ਨਹੀਂ ਯੂਜ਼ ਕੀਤਾ ਹੋਇਆ, ਜਾਂ ਫਿਰ ਸਿੰਪਲ ਫਾਇਰ ਵਰਕਸ ਫੀਲਡ ਵਰਕਸ ਲਈ ਤਾਂ ਨਹੀਂ ਯੂਜ਼ ਕੀਤਾ ਹੋਇਆ। ਜੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਸਿੰਪਲ ਕੰਮ ਦੀ ਗੱਲ ਕੀਤੀ ਜਾ ਰਹੀ ਹੈ। ਹਾਂਜੀ ਹੁਣ ਦੇਖੋ ਇੱਥੇ ਆਪਣੇ ਕੋਲ ਸੈਂਟੈਂਸ ਹੈ I have lots of works to do today। ਤਾਂ ਇੱਥੇ ਕੋਈ ਲਿਟਰੇਰੀ ਵਰਕ ਹੈ ਕਿ ਲਿਟਰੇਰੀ ਵਰਕ ਕੰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਨਹੀਂ ਲਿਟਰੇਰੀ ਵਰਕ ਦਾ ਤਾਂ ਇੱਥੇ ਕੋਈ ਜ਼ਿਕਰ ਹੀ ਨਹੀਂ, ਨਾ ਹੀ ਇੱਥੇ ਕਿਸੇ ਫੀਲਡ ਜਾਂ ਫੈਕਟਰੀ ਵਰਕ ਦੀ ਗੱਲ ਕੀਤੀ ਜਾ ਰਹੀ ਹੈ। ਇਟ ਮੀਨਸ ਜਿਹੜਾ ਵਰਕਸ ਵਰਡ ਹੈ ਇੱਥੇ ਰੋਂਗ ਹੈ, ਤੁਸੀਂ ਵਰਕ ਵਰਡ ਦਾ ਯੂਜ਼ ਕਰੋਗੇ। ਇੱਥੇ ਸਿੰਪਲ ਇਹਦਾ ਮੀਨਿੰਗ ਕੀ ਹੈ, ਕੋਈ ਕੰਮ ਹੈ। ਇੱਥੇ ਇਹ ਕੀ ਹੈ ਇੱਕ ਅਨਕਾਊਂਟੇਬਲ ਨਾउन ਹੈ ਤੇ ਅਨਕਾਊਂਟੇਬਲ ਨਾउन ਦੇ ਨਾਲ ਐਸ ਲਾ ਕੇ ਤੁਸੀਂ ਇਹਨੂੰ ਪਲੂਰਲ ਫਾਰਮ ਵਿੱਚ ਯੂਜ਼ ਨਹੀਂ ਕਰ ਸਕਦੇ। ਤਾਂ I have lots of work to do today ਤੁਹਾਡਾ ਸੈਂਟੈਂਸ ਹੈ ਜਿਹੜਾ ਇੱਥੇ ਸਹੀ ਹੋਏਗਾ। ਤੁਸੀਂ ਵਰਕਸ ਦਾ ਯੂਜ਼ ਨਹੀਂ ਕਰੋਗੇ, ਵਰਕ ਵਰਡ ਹੈ ਯੂਜ਼ ਕਰਨਾ। ਹਾਂਜੀ ਆਪਣੇ 10 ਕੁਐਸਚਨ ਹੈ ਜਿਹੜੇ ਹੋ ਗਏ, ਤਾਂ ਲਗਭਗ ਆਪਣੇ 10 ਕਨਸੈਪਟ ਆਪਾਂ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ ਹੈਗਾ ਤੁਹਾਡੇ ਕੋਲੇ 11 ਨੰਬਰ ਕੁਐਸਚਨ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤਾਂ ਟਰਾਈ ਕਰੋ ਇਹ ਕੁਐਸਚਨ ਤੁਹਾਡਾ ਕਿਵੇਂ ਸੋਲਵ ਕਰਨਾ। I don't think it is your book, it is somebody's else। ਹਾਂਜੀ ਤਾਂ ਹੁਣ ਇੱਥੇ ਤੁਹਾਡਾ ਇਹ ਆ ਗਿਆ ਕੇਸ ਅਪੋਸਟ੍ਰੋਫੀ ਵਾਲਾ। ਅਪੋਸਟ੍ਰੋਫੀ ਵਾਲੇ ਕੁਐਸਚਨ ਆ ਜਿਹੜੇ ਆਪਾਂ ਬੇਸਿਕਲੀ ਜਿਹੜੇ ਮੇਨ ਆਪਣੇ ਕਨਸੈਪਟ ਸੀ ਕਿ ਅਪੋਸਟ੍ਰੋਫੀ ਦਾ ਯੂਜ਼ ਕਿੱਥੇ ਹੁੰਦਾ ਹੈ ਕਿੱਥੇ ਨਹੀਂ ਹੁੰਦਾ ਆਪਣੀ ਕਲਾਸ ਵਿੱਚ ਡਿਸਕਸ ਕਰ ਲਏ ਸੀ। ਬਟ ਇਹ ਵਾਲਾ ਕੇਸ ਹੈ ਜਿਹੜਾ
थोड़ा जिहा एक्सैप्शनल केस कह सकदे हो तुसीं जां फिर अलग है। ये वाला कंसैप्ट आपां डिस्कस नहीं कीता सी, ते तुहानूं मैं दस देनी आ। ते जे तुहाडे कोले वर्ड somebody आ जाए, anybody आ जाए, somebody, anybody ਤੇ ਪਿੱਛੇ ਦਿੱਤਾ ਹੋਇਆ ਇਹਦੇ else, ਤਾਂ ਤੁਸੀਂ ਇੱਥੇ ਵਾਲਾ ਵਰਡ ਜਿਹੜਾ anybody's ਜਾਂ somebody's else ਨਹੀਂ ਹੋਏਗਾ, ਤਾਂ ਉੱਥੇ ਤੁਸੀਂ ਯੂਜ਼ ਕਰੋਗੇ somebody else's or anybody else's, somebody else's ਜਾਂ ਫਿਰ anybody else's ਦਾ ਮਤਲਬ ਜਿਹੜਾ ਤੁਹਾਡੇ ਕੋਲੇ apostrophe s ਯੂਜ਼ ਹੋਏਗਾ ਉਹ else word ਦੇ ਨਾਲ ਹੋਏਗਾ, ਤਾਂ ਤੁਹਾਡੇ ਕੋਲੇ ਐਰਰ ਹੋ ਗਈ ਇੱਥੇ somebody's else ਯੂਜ਼ ਨਹੀਂ ਹੋਏਗਾ, ਕੀ ਹੋਏਗਾ somebody else's ਦਾ ਯੂਜ਼ ਤੁਸੀਂ ਇੱਥੇ ਕਰੋਗੇ। C ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਤੇ ਕਰੈਕਸ਼ਨ ਕੀ ਕੀਤੀ ਹੈ ਤੁਸੀਂ ਯੂਜ਼ ਕੀਤਾ somebody else's ਦਾ, somebody's else ਹੈ ਜਿਹੜਾ ਤੁਹਾਡੇ ਕੋਲ ਸਹੀ ਨਹੀਂ ਸੀ। ਹਾਂਜੀ, ਤਾਂ 12 ਨੰਬਰ ਕੁਐਸਚਨ ਚੈੱਕ ਕਰੋਗੇ ਤੁਸੀਂ, 12 ਨੰਬਰ ਕੁਐਸਚਨ ਤੁਸੀਂ ਚੈੱਕ ਕਰਨਾ ਹੈ ਇੱਥੇ ਵੀ ਐਰਰ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤਾਂ ਇਹ ਤੁਹਾਡੇ ਕੁਐਸਚਨ ਹੈ ਜਿਹੜੇ apostrophe ਵਾਲੇ ਸਾਡੇ। ਹਾਂਜੀ, ਤਾਂ I visited Raman's and Suman's house twice but found the couple absent। ਹੁਣ ਇੱਥੇ ਗੱਲ ਹੋ ਰਹੀ ਹੈ ਦੋ ਜਣਿਆਂ ਦੀ, ਇੱਕ ਰਮਨ ਦੀ, ਸੈਕਿੰਡ ਸੁਮਨ ਦੀ। ਤਾਂ ਹੁਣ ਤੁਸੀਂ ਚੈੱਕ ਕਰਨਾ ਹੈ ਕਿ ਉਹ ਰਮਨ ਤੇ ਸੁਮਨ ਇਕੱਠੇ ਰਹਿੰਦੇ ਆ ਜਾਂ ਫਿਰ ਅਲੱਗ-ਅਲੱਗ ਰਹਿੰਦੇ ਆ, ਤਾਂ ਤੁਹਾਨੂੰ ਦੱਸ ਰਿਹਾ ਵਰਡ ਕਪਲ। ਕਪਲ ਦਾ ਮਤਲਬ ਹੈ ਇਟ ਮੀਨਸ ਉਹ ਇਕੱਠੇ ਰਹਿ ਰਹੇ ਆ। ਹੁਣ ਕਪਲ ਨਹੀਂ ਇਕੱਠੇ ਰਹਿ ਰਹੇ ਨੇ, ਤਾਂ ਤੁਹਾਨੂੰ ਦੱਸਿਆ ਗਿਆ ਕਿ ਜੇ ਇੱਕੋ ਥਾਂ ਦੀ ਗੱਲ ਕੀਤੀ ਜਾ ਰਹੀ ਹੋਵੇ, ਮਤਲਬ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਜਿਹੜੀ ਚੀਜ਼ ਗੱਲ ਕੀਤੀ ਜਾ ਰਹੀ ਹੈ, ਜਿਹੜੀ ਚੀਜ਼ ਦੱਸੀ ਜਾ ਰਹੀ ਹੈ, ਉੱਥੇ ਤੁਹਾਡੇ ਕੋਲੇ ਪਾਰਟਨਰਸ਼ਿਪ ਦੀ ਗੱਲ ਕੀਤੀ ਜਾ ਰਹੀ ਹੋਵੇ, ਤਾਂ ਤੁਸੀਂ ਜਿਹੜਾ ਅਪੋਸਟ੍ਰੋਫੀ ਦਾ ਯੂਜ਼ ਕਰੋਗੇ ਉਹ ਤੁਸੀਂ ਪ੍ਰੈਫਰੈਂਸ ਦੇਣੀ ਹੈ ਸੈਕਿੰਡ ਵਾਲੀ। ਕਿਹਨੂੰ ਦੇਣੀ ਹੈ ਜੀ? ਸੈਕਿੰਡ ਵਾਲੇ ਨਾਮ ਨੂੰ ਪ੍ਰੈਫਰੈਂਸ ਦੇਣੀ ਹੈ, ਵੀ ਸੈਕਿੰਡ ਵਾਲੇ ਨਾਲ ਤੁਸੀਂ ਅਪੋਸਟ੍ਰੋਫੀ ਦਾ ਯੂਜ਼ ਕਰੋਗੇ, ਦੋਵਾਂ ਨਾਲ ਨਹੀਂ ਹੋਊਗਾ। ਹੁਣ ਇੱਥੇ ਤੁਸੀਂ ਰਮਨ ਦੇ ਨਾਲ ਅਪੋਸਟ੍ਰੋਫੀ ਕੱਟੋਗੇ ਤੇ ਸੁਮਨ ਦੇ ਨਾਲ ਜਿਹੜਾ ਰੱਖੋਗੇ, ਤਾਂ ਤੁਹਾਡੇ ਕੋਲੇ ਇਹ ਜਿਹੜਾ ਬੀ ਪਾਰਟ ਹੈ ਜਿਹੜਾ ਐਰਰ ਹੈ, ਤਾਂ ਬੀ ਪਾਰਟ ਦੇ ਵਿੱਚ ਐਰਰ ਪਤਾ ਲੱਗ ਗਈ ਆਪਾਂ ਨੂੰ। ਤਾਂ ਹੁਣ ਐਰਰ ਕੀ ਆਈ, ਇੱਕ ਵਾਰ ਦੁਬਾਰਾ ਰਿਪੀਟ ਕਰਦੇ ਹਾਂ ਇਹ ਕੰਸੈਪਟ। I visited Raman's and Suman's house twice but found the couple absent। ਗੱਲ ਹੋ ਰਹੀ ਹੈ ਰਮਨ ਤੇ ਸੁਮਨ ਦੀ, ਦੋਨੋਂ ਕੀ ਨੇ ਕਪਲ ਦੇ, ਇਟ ਮੀਨਸ ਉਹ ਇਕੱਠੇ ਇੱਕੋ ਹਾਊਸ ਦੇ ਵਿੱਚ ਰਹਿੰਦੇ ਹੋਣਗੇ, ਤੇ ਤੁਸੀਂ ਉਹਨਾਂ ਨੂੰ ਵਿਜ਼ਿਟ ਕੀਤਾ ਦੋ ਵਾਰ ਦੋ ਕੀ ਹੋ ਗਿਆ, ਆਪ ਕੋਲੇ ਐਬਸੈਂਟ ਮਿਲਿਆ। ਇਟ ਮੀਨਸ ਜਿਹੜਾ ਰਮਨ ਤੇ ਸੁਮਨ ਸੀ ਦੋਨੋਂ ਇਕੱਠੇ ਰਹਿ ਰਹੇ ਸੀ, ਇਟ ਮੀਨਸ ਉਹਨਾਂ ਦਾ ਘਰ ਹੈ ਜਿਹੜਾ ਇੱਕੋ ਹੈ, ਤਾਂ ਤੁਸੀਂ ਯੂਜ਼ ਕਰੋਗੇ ਸਿੰਪਲ ਇੱਕ ਅਪੋਸਟ੍ਰੋਫੀ ਦਾ। ਪਾਰਟਨਰਸ਼ਿਪ ਦੀ ਗੱਲ ਕੀਤੀ ਜਾ ਰਹੀ ਹੈ, ਕਪਲ ਦੀ ਗੱਲ ਕੀਤੀ ਜਾ ਰਹੀ ਹੈ, ਸੋ ਆਪਣਾ ਸੈਂਟੈਂਸ ਬਣੇਗਾ ਰਮਨ ਐਂਡ ਸੁਮਨ's house। I visited Raman and Suman's house twice but found the couple absent। ਤੁਹਾਡੀ ਅਪੋਸਟ੍ਰੋਫੀ ਹੈ ਜਿਹੜੀ ਸੁਮਨ ਦੇ ਨਾਲ ਤੁਸੀਂ ਯੂਜ਼ ਕਰਨੀ ਹੈ। ਹਾਂਜੀ, ਆਈ ਥਿੰਕ ਤੁਹਾਡਾ ਇਹ ਕੰਸੈਪਟ ਕਲੀਅਰ ਹੋਏਗਾ। ਤਾਂ 30 ਨੰਬਰ ਕੁਐਸਚਨ ਆ ਗਿਆ, ਤੁਸੀਂ ਚੈੱਕ ਕਰੋ। ਹਾਂਜੀ, ਤਾਂ 13 ਕੁਐਸਚਨ ਦੇ ਵਿੱਚ ਤੁਹਾਡੇ ਕੋਲੇ ਕੀ ਕੰਸੈਪਟ ਲੱਗ ਰਿਹਾ ਹੈ, ਤਾਂ ਜਦ ਤੁਸੀਂ ਫਾਈਂਡ ਆਊਟ ਕਰਨੀ ਹੈ ਤੇ ਐਰਰ। ਟਾਊਨਸ ਆਫਟਰ ਟਾਊਨਸ ਵਾਸ ਡਿਸਟਰੋਇਡ ਇਨ ਦੀ ਬੈਟਲ। ਹਾਂਜੀ, ਤਾਂ ਜਿਨ੍ਹਾਂ ਨੇ ਅਟੈਂਡ ਕੀਤੀਆਂ ਹੋਈਆਂ ਪਿਛਲੀਆਂ ਕਲਾਸਿਸ ਉਹਨਾਂ ਨੂੰ ਇਹ ਕੁਐਸਚਨ ਕਰਨੇ ਬਹੁਤ ਈਜ਼ੀ ਲੱਗ ਰਹੇ ਹੋਣਗੇ, ਕਿਉਂਕਿ ਸਾਰੇ ਕੰਸੈਪਟ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਆ, ਜਿਹੜੇ ਨਹੀਂ ਕੀਤੇ ਉਹ ਆਪਣੀ ਕਲਾਸ ਦੇ ਵਿੱਚ ਅੱਜ ਹੋ ਜਾਣਗੇ। ਤਾਂ ਇੱਥੇ ਤੁਹਾਡੇ ਕੋਲੇ ਵਰਡ ਹੈ ਟਾਊਨਸ, ਅਗੇਨ ਆਪਣੇ ਕੋਲੇ ਵਰਡ ਹੈ ਆਫਟਰ, ਅਗੇਨ ਆਪਣੇ ਕੋਲੇ ਵਰਡ ਹੈ ਟਾਊਨਸ। ਤਾਂ ਤੁਹਾਨੂੰ ਇੱਕ ਕੰਸੈਪਟ ਕਰਾਇਆ ਗਿਆ ਸੀ, ਕੰਸੈਪਟ ਕੀ ਸੀ? ਆਪਣੇ ਕੋਲੇ ਇੱਕ ਕੰਸੈਪਟ ਸੀ। ਹਾਂਜੀ, ਤਾਂ ਕੰਸੈਪਟ ਸੀ ਕਿ ਜੇ ਤੁਹਾਡੇ ਕੋਲੇ ਸਟਰਕਚਰ ਤੁਹਾਨੂੰ ਸੈਂਟੈਂਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਨਾਉਨ, ਦੈਨ ਉਸ ਤੋਂ ਬਾਅਦ ਦਿੱਤੀ ਹੋਈ ਹੈ ਕੋਈ ਪ੍ਰੈਪੋਜੀਸ਼ਨ, ਤੇ ਫਿਰ ਆਪਣਾ ਵਰਡ ਜਿਹੜਾ ਨਾਉਨ ਯੂਜ਼ ਕੀਤਾ ਹੋਇਆ ਹੈ, ਤਾਂ ਤੁਸੀਂ ਜਿਹੜੇ ਇਹ ਦੋ ਨਾਉਨ ਵਰਡ ਯੂਜ਼ ਕਰ ਰਹੇ ਹੋ ਇਹ ਦੋਨਾਂ ਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰੋ। ਕਿਹੜੀ ਫਾਰਮ 'ਚ ਯੂਜ਼ ਕਰਨਾ ਜੀ? ਸਿੰਗੂਲਰ ਫਾਰਮ ਵਿੱਚ ਯੂਜ਼ ਕਰਨਾ। ਤਾਂ ਹੁਣ ਦੇਖੋ ਆਪਣੇ ਕੋਲੇ ਜਿਵੇਂ ਇੱਥੇ ਵਰਡ ਹੈ ਡੋ, ਟੂ, ਡੋ, ਤਾਂ ਹੁਣ ਇੱਥੇ ਡੋਰ ਵਰਡ ਹੈ, ਇਹ ਇੱਕ ਨਾਉਨ ਹੈ, ਟੂ ਇੱਕ ਪ੍ਰੈਪੋਜੀਸ਼ਨ ਹੈ, ਅਗੇਨ ਆਪਣੇ ਕੋਲੇ ਵਰਡ ਹੈ ਜਿਹੜਾ ਡੋਰ, ਇਹ ਵੀ ਕੀ ਹੈ ਨਾਉਨ ਹੈ। ਤਾਂ ਮੈਂ ਇਹਨਾਂ ਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ ਤੇ ਦੋਨੋਂ ਹੈਗੇ ਵੀ ਸੇਮ ਨੇ, ਡੋਰ ਹੀ ਨਾਉਨ ਇੱਥੇ ਹੈ, ਡੋਰ ਹੀ ਨਾਉਨ ਆਪਣੇ ਕੋਲੇ ਇੱਥੇ ਯੂਜ਼ ਕੀਤਾ ਹੋਇਆ। ਸਿਮਿਲਰਲੀ ਹੁਣ ਆਪਾਂ ਲਾਉਣਾ ਆਪਣਾ ਇੱਥੇ ਕੰਸੈਪਟ, ਤਾਂ ਦੇਖੋ ਟਾਊਨਸ ਆਫਟਰ ਟਾਊਨਸ ਵਾਸ ਡਿਸਟਰੋਇਡ ਇਨ ਦਾ ਬੈਟਲ। ਹੁਣ ਇੱਥੇ ਵਰਡ ਯੂਜ਼ ਕੀਤਾ ਹੋਇਆ ਟਾਊਨਸ, ਟਾਊਨਸ ਅਗੇਨ ਆਪਾਂ ਨੂੰ ਪਤਾ ਟਾਊਨ ਇੱਕ ਨਾਉਨ ਹੁੰਦਾ ਹੈ, ਅਗੇਨ ਇੱਥੇ ਆਪਣੇ ਕੋਲੇ ਟਾਊਨ ਵਰਡ ਯੂਜ਼ ਕੀਤਾ ਹੋਇਆ, ਦੋਨੋਂ ਸੇਮ ਨੇ ਤੇ ਜੁਆਇਨ ਕੀਤੇ ਹੋਏ ਇੱਕ ਪ੍ਰੈਪੋਜੀਸ਼ਨ ਦੇ ਨਾਲ। ਇਟ ਮੀਨਸ ਆਪਣਾ ਕੰਸੈਪਟ ਹੈ ਜਿਹੜਾ ਇੱਥੇ ਅਪਲਾਈ ਹੋ ਜਾਊਗਾ, ਕਿਹੜਾ ਕੰਸੈਪਟ? ਕਿ ਜੇਕਰ ਤੁਹਾਨੂੰ ਕਿਤੇ ਸੈਂਟੈਂਸ ਦੇ ਵਿੱਚ ਸਟਰਕਚਰ ਦੇਖਣ ਨੂੰ ਮਿਲਦੀ ਹੈ, ਫਰੇਜ਼ ਦੇਖਣ ਨੂੰ ਮਿਲਦੀ ਹੈ ਨਾਉਨ ਪ੍ਰੈਪੋਜੀਸ਼ਨ ਨਾਉਨ, ਦੈਨ ਤੁਸੀਂ ਜਿਹੜੇ ਨਾਉਨ ਵਰਡ ਯੂਜ਼ ਕਰਨੇ ਆ ਉਹ ਸਿੰਗੂਲਰ ਫਾਰਮ ਵਿੱਚ ਯੂਜ਼ ਕਰਨੇ। ਤਾਂ ਇੱਥੇ ਟਾਊਨਸ ਨਹੀਂ ਆਏਗਾ, ਟਾਊਨ ਵਰਡ ਯੂਜ਼ ਕਰੋਗੇ ਤੁਸੀਂ। ਤਾਂ ਟਾਊਨ ਆਫਟਰ ਟਾਊਨ ਵਾਸ ਡਿਸਟਰੋਇਡ ਇਨ ਦਾ ਬੈਟਲ, ਇਹ ਤੁਹਾਡਾ ਆਨਸਰ। ਇਹ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਤੇ ਤੁਸੀਂ ਕਰੈਕਸ਼ਨ ਕੀ ਕੀਤੀ ਹੈ, ਨਾਉਨ ਜਿਹੜੇ ਯੂਜ਼ ਕੀਤੇ ਆ ਉਹਨਾਂ ਨੂੰ ਸਿੰਗੂਲਰ ਫਾਰਮ ਵਿੱਚ ਯੂਜ਼ ਕਰਨਾ। ਹਾਂਜੀ, ਤਾਂ 40 ਨੰਬਰ ਚੈੱਕ ਕਰੋ। She got a job in the children's house। ਹਾਂਜੀ, ਤਾਂ ਹੁਣ ਇੱਥੇ ਕੀ ਐਰਰ ਹੈ? A ਪਾਰਟ 'ਚ ਹੈ, B 'ਚ ਹੈ, C 'ਚ ਹੈ ਜਾਂ ਫਿਰ B 'ਚ ਹੈ, ਤਾਂ ਇਹ ਤੁਹਾਨੂੰ ਪਤਾ ਲੱਗੇਗੀ। ਤਾਂ ਆਪਾਂ ਡਿਸਕਸ ਕੀਤੇ ਸੀ ਕੁਛ ਕੁ ਨਾਉਨ, ਅਗੇਨ ਆਪਣੇ ਕੋਲੇ ਸਿੰਗੂਲਰ ਤੇ ਪਲੂਰਲ ਫਾਰਮ ਆਪਾਂ ਯੂਜ਼ ਕੀਤੀਆਂ ਸੀ। ਕੁਛ ਕੁ ਨਾਉਨ ਦੇਖੇ ਸੀ ਜਿਨ੍ਹਾਂ ਨੂੰ ਆਪਾਂ ਸਿੰਗੂਲਰ ਤੇ ਪਲੂਰਲ ਫਾਰਮ ਵਿੱਚ ਯੂਜ਼ ਕੀਤਾ ਸੀ, ਤਾਂ ਉੱਥੇ ਹੀ ਤੁਹਾਡੇ ਕੋਲੇ ਵਰਡ ਸੀ ਜਿਵੇਂ ਚਾਈਲਡ ਤੇ ਚਿਲਡਰਨ।
ਆਪਾਂ ਚਾਈਲਡ ਵਰਡ ਯੂਜ਼ ਕੀਤਾ ਸੀ ਤੇ ਚਿਲਡਰਨ ਵਰਡ ਯੂਜ਼ ਕੀਤਾ ਸੀ, ਤੇ ਤੁਹਾਨੂੰ ਉੱਥੇ ਦੱਸਿਆ ਗਿਆ ਸੀ ਕਿ ਚਾਈਲਡ ਹੈ ਜਿਹੜਾ ਉਹ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਤੇ ਚਿਲਡਰਨ ਵਰਡ ਦਾ ਯੂਜ਼ ਕੀਤਾ ਜਾਂਦਾ ਜੀ ਪਲੂਰਲ ਫਾਰਮ ਦੇ ਵਿੱਚ। ਇਹ ਪਲੂਰਲ ਹੈ, ਇਟ ਮੀਨਸ ਤੁਸੀਂ ਇਹਦੇ ਹੁਣ ਪਲੂਰਲ ਤੇ ਹੀ ਆਪਣੇ ਆਪ ਹੀ, ਤਾਂ ਇਹਦੇ ਨਾਲ ਐਸ ਆਈਐਸ ਲਾ ਕੇ ਹੋਰ ਪਲੂਰਲ ਕੀ ਹੋਣਗੇ, ਤਾਂ ਤੁਹਾਡਾ ਇਹਦੇ ਨਾਲ ਵਰਡ ਯੂਜ਼ ਕੀਤਾ ਹੋਇਆ ਪਿੱਛੇ ਐਸ, ਇਹਦਾ ਯੂਜ਼ ਨਹੀਂ ਹੋਏਗਾ ਤਾਂ ਵਰਡ ਤੁਹਾਡੇ ਕੋਲ ਹੋਏਗਾ ਚਿਲਡਰਨ। ਹੁਣ ਅੱਗੇ ਗੱਲ ਕਿਹਦੀ ਕੀਤੀ ਜਾ ਰਹੀ ਹੈ, ਚਿਲਡਰਨ ਦੇ ਸਕੂਲ ਦੀ ਗੱਲ ਕੀਤੀ ਜਾ ਰਹੀ ਹੈ, ਸਿੰਪਲ ਚਿਲਡਰਨ ਦੀ ਗੱਲ ਨਹੀਂ ਹੋ ਰਹੀ, ਤਾਂ ਤੁਸੀਂ ਅਪੋਸਟ੍ਰੋਫੀ ਦਾ ਯੂਜ਼ ਕਰੋਗੇ, ਬਟ ਕਿਵੇਂ ਹੋਊਗਾ, ਤੁਸੀਂ ਯੂਜ਼ ਕਰੋਗੇ ਵਰਡ ਚਿਲਡਰਨਸ। ਇਸ ਤਰੀਕੇ ਨਾਲ ਜਿਹੜੀ ਅਪੋਸਟ੍ਰੋਫੀ ਹੈ ਤੁਹਾਡੀ ਇੱਥੇ ਯੂਜ਼ ਹੋਏਗੀ, ਤਾਂ ਤੁਹਾਡਾ ਸੀ ਪਾਰਟ ਦੇ ਵਿੱਚ ਐਰਰ ਹੈ, ਚਿਲਡਰਨਸ ਦੇ ਨਾਲ ਅਪੋਸਟ੍ਰੋਫੀ ਨਹੀਂ ਲੱਗੇਗੀ, ਚਿਲਡਰਨ ਪਾ ਕੇ ਫਿਰ ਅਪੋਸਟ੍ਰੋਫੀ ਐਸ ਹੈ ਜਿਹੜੀ ਆਪਾਂ ਯੂਜ਼ ਕਰਾਂਗੇ, ਤਾਂ ਸ਼ੀ ਗॉट ਅ ਜੌਬ ਇਨ ਦਾ ਚਿਲਡਰਨਸ ਸਕੂਲ। ਤਾਂ ਇੱਥੇ ਤੁਹਾਡੇ ਕੋਲ ਸੀ ਪਾਰਟ ਦੇ ਵਿੱਚ ਐਰਰ ਹੈ, ਤੇ ਜਿਵੇਂ ਆਪਾਂ ਕਰੈਕਸ਼ਨ ਕੀਤੀ ਹੈ ਇਸ ਤਰੀਕੇ ਨਾਲ ਇਹ ਸੈਂਟੈਂਸ ਸਹੀ ਹੋ ਜਾਏਗੀ। ਆਈ ਥਿੰਕ ਤੁਹਾਡਾ 40 ਨੰਬਰ ਕੁਐਸਚਨ ਕਲੀਅਰ ਹੋਏਗਾ। ਹਾਂਜੀ, ਤਾਂ ਅੱਗੇ ਹੈਗਾ ਆਪਣੇ ਕੋਲੇ 50 ਨੰਬਰ ਕੁਐਸਚਨ। 50 ਨੰਬਰ ਕੁਐਸਚਨ ਦੇ ਵਿੱਚ ਦੇਖੋ ਕੀ ਹੈ। ਹਾਂਜੀ, the wages of sin are death, and the 60 number question ਦੇ ਵਿੱਚ again wages ਦੇ ਉੱਤੇ question ਆਪਣਾ he works hard but his wages is low। ਹਾਂਜੀ, ਤਾਂ ਹੁਣ ਆਪਾਂ wages ਨਾਲ related ਇੱਕ question ਕੀਤਾ ਸੀ, ਪਹਿਲਾਂ ਇਹਨੂੰ ਤੁਸੀਂ solve ਕਰਨ ਦਾ try ਕਰਨਾ ਹੈ, ਕਲਾਸ pause ਕਰਨੀ ਹੈ ਤੇ ਦੇਖਣਾ ਹੈ ਕਿ ਕਿਹੜੇ part ਦੇ ਵਿੱਚ ਤੁਹਾਡੀ error ਹੈ। ਹਾਂਜੀ, ਤਾਂ ਹੁਣ ਦੇਖਦੇ ਹਾਂ ਆਪਾਂ ਇਹਦਾ concept। ਆਪਣੇ ਕੋਲੇ word ਹੈ wages। wages ਤਾਂ wages ਆਪਾਂ word use ਕੀਤਾ ਸੀਗਾ plural form ਦੇ ਵਿੱਚ use ਕੀਤਾ ਸੀ, ਆਪਾਂ use ਕੀਤਾ ਸੀ ਇਹਦਾ plural form ਦੇ ਵਿੱਚ। ਤੁਹਾਨੂੰ ਇੱਕ ਲਿਸਟ ਬਣਵਾਈ ਸੀ ਜਿਹਦੇ ਵਿੱਚ word wages ਵੀ ਆਪਾਂ ਐਡ ਕੀਤਾ ਸੀ, wages word ਦਾ use ਆਪਾਂ ਕਰਦੇ ਸੀ plural form ਦੇ ਵਿੱਚ ਜਦੋਂ ਇਹਦਾ ਮੀਨਿੰਗ ਹੋਵੇ ਮਜ਼ਦੂਰੀ। ਹੁਣ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ ਆ ਉਹਨਾਂ ਨੂੰ ਇਹ ਵਾਲਾ ਕਨਸੈਪਟ ਪਤਾ ਲੱਗ ਗਿਆ ਹੋਊਗਾ ਵੀ ਆਪਾਂ ਕਿੱਥੇ ਜੇ ਡਿਸਕਸ ਕੀਤਾ। ਤਾਂ ਹੁਣ wages word ਦਾ ਮੀਨਿੰਗ ਜਿੱਥੇ ਮਜ਼ਦੂਰੀ ਆ ਉਹਨੂੰ plural form ਦੇ ਵਿੱਚ ਤੁਸੀਂ use ਕਰ ਲਓ। ਸੈਕਿੰਡ ਇਹਦਾ ਮੀਨਿੰਗ ਕੀ ਹੋ ਸਕਦਾ, wages ਦਾ ਹੋਰ ਕੀ ਮੀਨਿੰਗ ਹੁੰਦਾ, ਇਹਦਾ ਮੀਨਿੰਗ ਹੁੰਦਾ ਜੀ ਰਿਜ਼ਲਟ। ਕੀ ਹੁੰਦਾ ਹੈ, ਰਿਜ਼ਲਟ। ਰਿਜ਼ਲਟ ਜਿਹਨੂੰ ਆਪਾਂ ਕਹਿੰਦੇ ਨੇ ਨਤੀਜਾ, ਤਾਂ ਉੱਥੇ ਇਹ ਯੂਜ਼ ਹੋਏਗਾ ਸਿੰਗੂਲਰ ਫਾਰਮ। ਤਾਂ ਹੁਣ ਤੁਸੀਂ ਚੈੱਕ ਕਰੋਗੇ ਸੈਂਟੈਂਸ ਜਿਹਦੇ ਵਿੱਚ ਤੁਹਾਡੇ ਕੋਲੇ ਦਿੱਤਾ ਹੋਇਆ ਵਰਡ ਵੇਜਸ, ਤਾਂ ਵੇਜਸ ਦਾ ਦੇਖਣਾ ਤੁਸੀਂ ਮੀਨਿੰਗ ਕਿ ਇਹ ਮਜ਼ਦੂਰੀ ਲਈ ਯੂਜ਼ ਕੀਤਾ ਹੋਇਆ, ਮਜ਼ਦੂਰੀ ਮਤਲਬ ਭੱਤਾ ਹੋ ਗਿਆ ਆਪਣਾ, ਮਜ਼ਦੂਰੀ ਹੋ ਗਈ, ਦਿਹਾੜੀ ਹੋ ਗਈ, ਤਾਂ ਉਹ ਵਾਲੇ ਵਰਡ ਉਸ ਫਾਰਮ ਦੇ ਵਿੱਚ ਯੂਜ਼ ਕੀਤਾ, ਤਾਂ ਤੁਸੀਂ ਵਰਡ ਯੂਜ਼ ਕਰੋਗੇ ਪਲੂਰਲ ਫਾਰਮ ਦੇ ਵਿੱਚ, ਵੇਜਸ ਦਾ ਯੂਜ਼ ਪਲੂਰਲ ਫਾਰਮ 'ਚ ਹੋਏਗਾ। ਬਟ ਜੇ ਇਸੇ ਦਾ ਮੀਨਿੰਗ ਸੈਂਟੈਂਸ ਦੇ ਵਿੱਚ ਰਿਜ਼ਲਟ ਹੋਇਆ, ਨਤੀਜਾ ਹੋਇਆ, ਤਾਂ ਤੁਸੀਂ ਉਹਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਨਾ ਹੈ। ਸਿੰਗੂਲਰ ਫਾਰਮ ਯੂਜ਼ ਹੋ ਗਈ, ਇਟ ਮੀਨਸ ਸਿੰਗੂਲਰ ਵਰਬ ਹੈ ਜਿਹੜੀ ਤੁਸੀਂ ਉਹਦੇ ਨਾਲ ਯੂਜ਼ ਕਰਨੀ। ਹਾਂਜੀ, ਤਾਂ ਹੁਣ ਨੰਬਰ 15 ਕੁਐਸਚਨ ਹੈ ਤੁਹਾਡੇ ਕੋਲੇ, the wages of sin are death। ਤਾਂ ਤੁਸੀਂ ਚੈੱਕ ਕਰੋਗੇ ਕਿ ਇੱਥੇ ਜਿਹੜਾ ਆਪਣਾ ਵਰਡ ਯੂਜ਼ ਕੀਤਾ ਵਾ wages, ਕੀ ਇਹ ਸਿੰਗੂਲਰ ਆਪਣੇ ਕੋਲੇ ਯੂਜ਼ ਕੀਤਾ ਹੋਇਆ ਰਿਜ਼ਲਟ ਦੇ ਲਈ ਜਾਂ ਫਿਰ ਮਜ਼ਦੂਰੀ ਦੇ ਲਈ, ਤੇ ਇਹ ਸਿੰਗੂਲਰ ਫਾਰਮ ਯੂਜ਼ ਹੋਊ ਜਾਂ ਫਿਰ ਪਲੂਰਲ ਫਾਰਮ ਦੇ ਵਿੱਚ ਯੂਜ਼ ਹੋਊ। ਤਾਂ wages of sin are death, ਤਾਂ sin ਦਾ ਮਤਲਬ ਹੁੰਦਾ ਹੈ ਪਾਪ। ਹੁਣ ਆਪਾਂ ਕਹਿੰਦੇ ਨਾ ਪਾਪ ਦਾ ਘੜਾ ਭਰ ਗਿਆ ਤਾਂ ਬੰਦਾ ਕੀ ਕਰ ਲੂਗਾ, ਹੁਣ ਪਾਪਾਂ ਦਾ ਘੜਾ ਭਰਨਾ ਉਹੀ ਸੇਮ ਚੀਜ਼ ਆ ਗਈ ਵੀ ਜਦੋਂ ਆਪਾਂ ਪਾਪ ਕਰਦੇ ਨੇ ਨਾ ਆਪਣੀ ਡੈਥ ਹੈ ਜਿਹੜੀ ਆਪਾਂ ਨੂੰ ਮਿਲਦੀ ਹੈ, ਉਹੀ ਸੇਮ ਚੀਜ਼ ਹੈ। ਤਾਂ wages, ਹੁਣ ਇੱਥੇ wages ਦਾ ਮਤਲਬ ਕੀ ਹੈ, ਰਿਜ਼ਲਟ ਹੈ। ਮਤਲਬ ਪਾਪਾਂ ਦਾ ਜਿਹੜਾ ਆਪਣੇ ਕੋਲੇ ਅੰਤ ਹੈ ਉਹ ਕੀ ਹੈ, ਡੈਥ ਹੀ ਹੈ। ਤਾਂ ਇਹ ਕੀ ਹੋ ਗਿਆ ਆਪਣੇ ਕੋਲੇ, ਰਿਜ਼ਲਟ ਹੋ ਗਿਆ। ਵੇਜਸ ਦਾ ਮੀਨਿੰਗ ਆਪਣੇ ਕੋਲੇ ਮਜ਼ਦੂਰੀ ਤਾਂ ਨਹੀਂ, ਨਾ ਹੀ ਆਪਣੇ ਕੋਲੇ ਇਹਦਾ ਮੀਨਿੰਗ ਕੋਈ ਆਪਾਂ ਦਿਹਾੜੀ ਵਗੈਰਾ ਦਿੱਤੀ ਜਾ ਰਹੀ ਹੈ, ਜਾਂ ਇੱਥੇ ਕਹਿ ਲਓ ਆਪਾਂ ਭੱਤਾ ਦਿੱਤਾ ਜਾ ਰਿਹਾ, ਇੱਥੇ ਵੇਜਸ ਦਾ ਮੀਨਿੰਗ ਕੀ ਆਪਣੇ ਕੋਲੇ ਰਿਜ਼ਲਟ ਹੈ। ਰਿਜ਼ਲਟ ਐਟ ਮੀਨਸ ਇਹਨੂੰ ਯੂਜ਼ ਕਰੋਗੇ ਤੁਸੀਂ ਸਿੰਗੂਲਰ ਫਾਰਮ ਦੇ ਵਿੱਚ, ਸਿੰਗੂਲਰ ਫਾਰਮ ਐਟ ਮੀਨਸ ਦੋ ਵੀ ਸਿੰਗੂਲਰ ਹੋਏਗੀ। ਤਾਂ ਹੁਣ ਤੁਸੀਂ ਯੂਜ਼ ਕੀਤਾ ਦਾ ਵੇਜਸ ਆਫ ਸਿਨ ਆਰ ਡੈਥ। ਹੁਣ ਜਿਹੜਾ ਆਰ ਵਰਡ ਹੈ ਕਿਹਦੇ ਲਈ ਯੂਜ਼ ਕੀਤਾ, ਸਿਨ ਦੇ ਲਈ ਤਾਂ ਨਹੀਂ ਯੂਜ਼ ਕੀਤਾ, ਸਿਨ ਆਰ ਡੈਥ ਤਾਂ ਨਹੀਂ ਕਹਾਂਗੇ ਆਪਾਂ, ਇਹ ਵੇਜਸ ਵਰਡ ਦੇ ਲਈ ਯੂਜ਼ ਕੀਤਾ। ਆਰ ਹੈ ਜਿਹੜਾ ਉਹ, ਇਹ ਤੁਹਾਡਾ ਵੇਜਸ ਦੇ ਲਈ ਯੂਜ਼ ਕੀਤਾ ਹੋਇਆ, ਤਾਂ ਤੁਸੀਂ ਇਹਨੂੰ ਕਰੋਗੇ ਸਿੰਗੂਲਰ ਫਾਰਮ ਦੇ ਵਿੱਚ ਯੂਜ਼, ਬਿਕੋਜ਼ ਇੱਥੇ ਇਹਦਾ ਮੀਨਿੰਗ ਰਿਜ਼ਲਟ ਹੈ। ਤਾਂ ਤੁਹਾਡੇ ਕੋਲੇ ਸੀ ਪਾਰਟ ਦੇ ਵਿੱਚ ਐਰਰ ਹੈ, ਤੇ ਕਰੈਕਸ਼ਨ ਕੀ ਹੈ, ਤੁਸੀਂ ਇਸ ਦਾ ਯੂਜ਼ ਕੀਤਾ, ਕਿਵੇਂ ਕੀਤਾ, the wages of sin is death। ਆਈ ਥਿੰਕ ਤੁਹਾਡਾ ਇਹ ਕੁਐਸਚਨ ਕਲੀਅਰ ਹੋਊਗਾ। ਹਾਂਜੀ, ਤਾਂ ਹੁਣ ਆਪਾਂ ਦੇਖਣਾ ਹੈ 60 ਨੰਬਰ ਕੁਐਸਚਨ, ਚੈੱਕ ਕਰੋ। He works hard but his wages is low। He works hard but his wages is low। ਤਾਂ ਇੱਥੇ wages ਦਾ ਮੀਨਿੰਗ ਕੀ ਆ, ਅਗੇਨ ਆਪਾਂ ਵਰਡ ਯੂਜ਼ ਕੀਤਾ wages। wages ਦਾ ਮੀਨਿੰਗ ਕੀ ਹੈ, ਇੱਥੇ ਦਾ ਮੀਨਿੰਗ ਹੈ ਜੀ ਮਜ਼ਦੂਰੀ। ਇੱਥੇ ਦਾ ਮੀਨਿੰਗ ਹੈ ਮਜ਼ਦੂਰੀ, ਭੱਤਾ, ਜਾਂ ਫਿਰ ਤੁਸੀਂ ਸਿੰਪਲ ਦਿਹਾੜੀ ਦਾ ਕੰਮ ਕਹਿ ਸਕਦੇ ਹੋ। ਤਾਂ ਹੀ ਵਰਕਸ ਹਾਰਡ, ਹੁਣ ਕੋਈ ਪਰਸਨ ਹਾਰਡ ਵਰਕ ਕਰ ਰਿਹਾ ਬਟ ਉਹਦੀ ਵੇਜਸ ਹੈ ਜਿਹੜੀ ਉਹ ਆ ਲੋ, ਐਂਡ ਮੀਨਸ ਉਹਦੀ ਸੈਲਰੀ ਵਗੈਰਾ ਜਿਹੜੀ ਉਹ ਬਹੁਤ ਘੱਟ ਹੈ। ਤਾਂ ਹੀ ਵਰਕਸ ਹਾਰਡ ਬਟ ਹਿਸ ਵੇਜਸ ਇਜ਼ ਲੋ, ਇੱਥੇ ਵੇਜਸ ਦਾ ਮਤਲਬ ਮਜ਼ਦੂਰੀ ਹੈ, ਤਾਂ ਤੁਸੀਂ ਯੂਜ਼ ਕਰਨਾ ਹੈ ਪਲੂਰਲ ਫਾਰਮ ਦੇ ਵਿੱਚ। ਆਪਾਂ ਪਿੱਛੇ ਕੰਸੈਪਟ ਡਿਸਕਸ ਕਰ ਹੀ ਲਿਆ, ਤਾਂ ਇੱਥੇ ਆਊਗਾ ਆ, he works hard but his wages are low। ਤਾਂ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ, ਤੁਸੀਂ ਟਿਕ ਕੀਤਾ ਸੀ, ਤੇ ਕਰੈਕਸ਼ਨ ਕੀ ਹੋਈ ਹੈ, ਇਸ ਦੀ ਯੂਜ਼ ਕਰੋਗੇ, ਤੁਸੀਂ ਯੂਜ਼ ਕਰੋਗੇ ਜੀ ਆਰ ਬਾਈ। ਹਾਂਜੀ, ਤਾਂ ਅੱਗੇ ਹੈ ਤੁਹਾਡੇ ਕੋਲੇ 17 ਨੰਬਰ ਕੁਐਸਚਨ, try to solve। my friend is now planning to build a new house on this site। ਹਾਂਜੀ, ਤਾਂ ਕਿਹੜੇ ਪਾਰਟ ਦੇ ਵਿੱਚ ਤੁਹਾਡੇ ਕੋਲੇ ਐਰਰ ਹੈ, ਤੁਸੀਂ ਚੈੱਕ ਕਰ। ਹਾਂਜੀ, ਤਾਂ ਤੁਹਾਡੇ ਕੋਲੇ ਦੋ ਵਰਡ ਹੁੰਦੇ ਨੇ,
ਕਿਹੜੇ ਦੋ ਵਰਡ ਹੁੰਦੇ ਆ ਆਪਾਂ ਡਿਸਕਸ ਕਰਦੇ ਹਾਂ। ਇੱਕ ਵਰਡ ਹੁੰਦਾ ਸਾਈਟ, ਇੱਕ ਵਰਡ ਹੁੰਦਾ ਸਾਈਟ। ਹੁਣ ਦੋਵਾਂ ਦਾ ਡਿਫਰੈਂਸ ਕੀ ਹੈ? ਸਾਈਟ ਆਪਾਂ ਜਿਵੇਂ ਆਈ ਸਾਈਟ ਕਹਿ ਦਿੰਦੇ ਹਾਂ, ਆਈ ਸਾਈਟ ਨਿਗਾਹ ਹੋ ਰਹੀ ਹੈ ਕਿਸੇ ਪਰਸਨ ਦੀ, ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਚੀਜ਼ ਦੇ ਦ੍ਰਿਸ਼। ਸਾਈਟ ਦਾ ਮਤਲਬ ਦ੍ਰਿਸ਼ ਵੀ ਕਹਿ ਸਕਦੇ ਹੋ, ਨਿਗਾਹ ਕਹਿ ਸਕਦੇ ਹੋ, ਆਈ ਸਾਈਟ ਹੋ ਜਿਵੇਂ ਹੈ ਨਾ। ਤਾਂ ਸਾਈਟ ਦਾ ਮਤਲਬ ਹੈ ਦ੍ਰਿਸ਼, ਤੇ ਇੱਕ ਸਾਈਟ ਹੁੰਦਾ ਹੈ ਇਹਦਾ ਮਤਲਬ ਕੀ ਹੁੰਦਾ ਹੈ? ਕੋਈ ਬਿਲਡਿੰਗ ਦਾ ਥਾਂ, ਬਿਲਡਿੰਗ ਵਗੈਰਾ ਕਹਿ ਲਓ ਜਾਂ ਮਕਾਨ ਵਗੈਰਾ ਕਹਿ ਲਓ, ਕਿਹੜੀ ਥਾਂ ਦੇ ਉੱਤੇ ਬਣਿਆ ਹੋਇਆ ਹੈ, ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਸਾਈਟ ਵਰਡ। ਸਾਈਟ ਤੇ ਸਾਈਟ ਦੋਵੇਂ ਹੈਗੇ, ਦੋਨੋਂ ਨਾउन ਨੇ, ਦੋਨੋਂ ਕੀ ਨੇ? ਨਾउन ਨੇ। ਤੇ ਇਹਨਾਂ ਦੀ ਲਗਭਗ ਪ੍ਰੋਨਾਂਸੀਏਸ਼ਨ ਵੀ ਆਪਾਂ ਕਹਿ ਲਓ ਸੇਮ ਜੀ ਹੈ। ਹੁਣ ਵੀ ਆਪਾਂ ਸਾਈਟ ਕਹਿ ਰਹੇ ਹਾਂ, ਇਹ ਵੀ ਸਾਈਟ ਹੀ ਕਹਿ ਰਹੇ ਹਾਂ। ਤਾਂ ਹੁਣ ਦੋਨੋਂ ਕੀ ਨੇ ਆਪਣੇ ਕੋਲੇ? ਪ੍ਰੋਨਾਂਸੀਏਸ਼ਨ ਲਗਭਗ ਸੇਮ ਹੈ, ਦੋਨਾਂ ਦਾ ਮੀਨਿੰਗ ਹੈ ਜਿਹੜਾ ਬਿਲਕੁਲ ਡਿਫਰੈਂਟ ਹੈ। ਸਾਈਟ ਦਾ ਮੀਨਿੰਗ ਕੁਝ ਹੋਰ ਹੈ ਤੇ ਸਾਈਟ ਦਾ ਮੀਨਿੰਗ ਹੈ ਜਿਹੜਾ ਕੁਝ ਹੋਰ ਹੈ। ਤਾਂ ਹੁਣ ਤੁਸੀਂ ਸੈਂਟੈਂਸ ਚੈੱਕ ਕਰੋਗੇ, ਸੈਂਟੈਂਸ 'ਚ ਆਪਾਂ ਵਰਡ ਯੂਜ਼ ਕੀਤਾ ਸਾਈਟ ਦਾ, ਕਾਹਦੇ ਲਈ ਯੂਜ਼ ਕੀਤਾ ਇਹਨੂੰ? ਕਿਸੇ ਆਪਾਂ ਹਾਊਸ ਵਗੈਰਾ, ਬਿਲਡਿੰਗ ਵਗੈਰਾ ਦੀ ਥਾਂ ਦੇ ਲਈ ਯੂਜ਼ ਕੀਤਾ, ਜਾਂ ਫਿਰ ਆਪਣੇ ਕੋਲੇ ਕਿਸੇ ਦ੍ਰਿਸ਼ ਦੀ ਗੱਲ ਕੀਤੀ ਜਾ ਰਹੀ ਹੈ। ਮਾਈ ਫਰੈਂਡ ਇਜ਼ ਨਾਓ ਪਲੈਨਿੰਗ ਟੂ ਬਿਲਡ ਅ ਨਿਊ ਹਾਊਸ ਔਨ ਦਿਸ। ਹੁਣ ਇਹ ਦ੍ਰਿਸ਼ ਦਾ ਨਹੀਂ ਕਹਾਂਗੇ ਆਪਾਂ, ਇਹ ਸਾਈਟ ਦੇ ਉੱਤੇ, ਇਸ ਥਾਂ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਹੈ। ਤਾਂ ਇੱਥੇ ਤੁਸੀਂ ਵਰਡ ਸਾਈਟ ਦਾ ਯੂਜ਼ ਕਰਨਾ ਹੈ। ਸਾਈਟ ਦਾ ਯੂਜ਼ ਹੈ ਜਿਹੜਾ ਕਿ ਨਹੀਂ ਹੋਊਗਾ ਤਾਂ ਇਹ ਦੇ ਵਿੱਚ ਵੀ ਤੁਹਾਡੀ ਜਿਹੜੀ ਐਰਰ ਆ ਜਾਂਦੀ ਹੈ। ਤਾਂ ਇਹਨਾਂ ਨੂੰ ਬੇਸਿਕਲੀ ਯੂਜ਼ ਕੀਤਾ ਜਾਂਦਾ ਐਜ਼ ਅ ਹੋਮੋਨਿਮਸ ਕਿਹਾ ਜਾਂਦਾ ਇਹਨਾਂ ਨੂੰ। ਤਾਂ ਹੋਮੋਨਿਮਸ ਦਾ ਮੀਨਿੰਗ ਕੀ ਹੁੰਦਾ ਹੈ? ਦੇਖਣ ਦੇ ਵਿੱਚ ਤੁਹਾਡੇ ਕੋਲੇ ਵਰਡ ਲਗਭਗ ਸੇਮ ਹੁੰਦੇ ਆ, ਪ੍ਰੋਨਾਂਸੀਏਸ਼ਨ ਲਗਭਗ ਸੇਮ ਹੁੰਦੀ ਆ, ਉਹਨਾਂ ਦੀ ਮੀਨਿੰਗ ਡਿਫਰੈਂਟ ਹੁੰਦੇ ਆ। ਉਹ ਤੁਹਾਨੂੰ ਪਤਾ ਲੱਗਦਾ ਕਿ ਸੈਂਟੈਂਸ 'ਚ ਕਿਹੜਾ ਮੀਨਿੰਗ ਹੈ ਜਿਹੜਾ ਉੱਥੇ ਚੈੱਕ ਕਰਨਾ ਹੈ, ਕਿਹੜੇ ਮੀਨਿੰਗ ਨੂੰ ਤੁਸੀਂ ਲੈ ਕੇ ਚੱਲਣਾ ਹੈ। ਹਾਂਜੀ, ਤਾਂ ਅੱਗੇ ਤੁਹਾਡੇ ਕੋਲੇ 18 ਨੰਬਰ ਕੁਐਸਚਨ, देयर वाज सीन अ स्मॉल बोट इन द सेंटर ऑफ द रिवर। अगेन ਤੁਹਾਡੇ ਕੋਲੇ ਵਰਡ ਯੂਜ਼ ਕੀਤਾ ਜੀ ਸੈਂਟਰ। ਆਪਾਂ ਡਿਸਕਸ ਕਰਾਂਗੇ ਇੱਕ ਛੋਟਾ ਜਿਹਾ ਕਨਸੈਪਟ। ਹਾਂਜੀ, ਤਾਂ ਹੁਣ ਆਪਣੇ ਕੋਲ ਰਿਵਰ ਹੈ, ਲਾ ਲਓ ਆਹ ਆਪਣੀ ਰਿਵਰ ਹੈ, ਇਹ ਕੀ ਆਪਣੀ ਆ ਇੱਥੇ ਇਹਦੇ 'ਚ ਪਾਣੀ ਪਿਆ ਹੈ, ਪਾਣੀ ਹੈ, ਤੇ ਇਹ ਹੈਗੀ ਆਪਣੀ ਰਿਵਰ। ਹੁਣ ਰਿਵਰ ਹੈ, ਫਲੋ ਹੋ ਰਹੀ ਹੋਗੀ, ਵਾਵਾ ਲੱਗੀ ਜਾਊਗੀ ਇਹ। ਤਾਂ ਹਾਂਜੀ ਹੁਣ ਇਹ ਹੈ ਰਿਵਰ, ਤਾਂ ਰਿਵਰ ਹੈ ਤਾਂ ਇਹਦਾ ਮਤਲਬ ਤੁਸੀਂ ਗੱਲ ਕਰ ਰਹੇ ਹੋ ਸੈਂਟਰ ਦੀ। ਹੁਣ ਰਿਵਰ ਦਾ ਸੈਂਟਰ ਕਿਹੜੇ ਪਾਸੇ? ਲਾ ਲਓ ਮੈਂ ਇਹ ਵਾਲੀ ਚੀਜ਼ ਇੱਕ ਪੁਆਇੰਟ ਲਾਇਆ, ਇਹ ਮੈਂ ਇੱਕ ਪੁਆਇੰਟ ਡਰਾ ਕਰਤਾ ਕਿ ਰਿਵਰ ਦਾ ਸੈਂਟਰ ਹੈ, ਤਾਂ ਤੁਹਾਨੂੰ ਕਿਵੇਂ ਪਤਾ ਵੀ ਇਹ ਸੈਂਟਰ ਹੈ? ਤਾਂ ਤੁਸੀਂ ਇੱਥੇ ਕੀ ਕਹਿ ਸਕਦੇ ਹੋ? ਇਹ ਸੈਂਟਰ ਨਹੀਂ ਹੋਊਗਾ, ਰਿਵਰ ਦਾ ਕਦੇ ਵੀ ਸੈਂਟਰ ਨਹੀਂ ਹੁੰਦਾ। ਸੈਂਟਰ ਕਿਹੜੀ ਚੀਜ਼ ਦਾ ਹੁੰਦਾ? ਸਰਕਲ ਦਾ। ਆਪਣੇ ਕੋਲੇ ਸਰਕਲ ਹੈ, ਇਹ ਇਹਦਾ ਸੈਂਟਰ ਹੈ, ਮਤਲਬ ਮਿਡਲ ਹੈ। ਇਧਰੋਂ ਵੀ ਇਹ ਬਰਾਬਰ ਆਪਾਂ ਕਹਿ ਸਕਦੇ ਹਾਂ ਦੂਰੀ ਤੇ ਹੋਊਗਾ, ਇਧਰੋਂ ਵੀ ਸੇਮ ਡਿਸਟੈਂਸ ਹੋਊਗੀ, ਸੇਮ ਡਿਸਟੈਂਸ ਹੋਊਗੀ, ਇਕੁਅਲ ਡਿਸਟੈਂਸ ਦੇ ਉੱਤੇ ਹੁੰਦਾ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸੈਂਟਰ। ਬਟ ਹੁਣ ਇੱਥੇ ਇਹ ਆਪਣੇ ਕੋਲ ਇਕੁਅਲ ਡਿਸਟੈਂਸ ਤੇ ਨਹੀਂ ਹੈਗਾ। ਇਧਰੋਂ ਲਾ ਲਓ, ਚਲੋ ਇਧਰੋਂ ਇਹ ਸੇਮ ਹੈ, ਇਧਰੋਂ ਸੇਮ ਹੈ, ਬਟ ਜੇ ਆਪਾਂ ਕਹੀਏ ਰਿਵਰ ਤਾਂ ਕਾਫੀ ਲੰਬੀ ਹੁੰਦੀ ਹੈ, ਤੇ ਫਿਰ ਇਧਰੋਂ ਤੇ ਇਧਰੋਂ ਤਾਂ ਨਹੀਂ ਇਹਦੀ ਲੰਬਾਈ ਸੇਮ ਹੋਈ। ਲੈਂਥ ਵਾਈਜ਼ ਤਾਂ ਨਹੀਂ ਇਹ ਹੈਗਾ ਇਕੁਅਲ, ਮਤਲਬ ਦੋਨੋਂ ਸਾਈਡ ਤੋਂ ਤਾਂ ਇਹ ਫਿਰ ਸੈਂਟਰ ਤਾਂ ਨਹੀਂ ਹੋ ਸਕਦਾ। ਰਿਵਰ ਦੇ ਕੇਸ ਦੇ ਵਿੱਚ ਇਹ ਸੈਂਟਰ ਤਾਂ ਨਹੀਂ ਹੋ ਸਕਦਾ। ਤਾਂ ਇਹ ਕੀ ਹੋਊਗਾ? ਇਹਦੇ ਵਾਸਤੇ ਵਰਡ ਯੂਜ਼ ਕੀਤਾ ਜਾਂਦਾ ਜੀ ਮਿਡਲ। ਤੁਸੀਂ ਸੈਂਟਰ ਵਰਡ ਯੂਜ਼ ਨਹੀਂ ਕਰਦੇ, ਮਿਡਲ ਵਰਡ ਯੂਜ਼ ਕਰਦੇ ਹੋ ਜੇ ਤੁਹਾਡੇ ਕੋਲੇ ਰਿਵਰ ਦੀ ਗੱਲ ਹੋ ਰਹੀ ਹੋਵੇ। ਹਾਂਜੀ, ਤਾਂ ਹੁਣ ਤੁਸੀਂ ਚੈੱਕ ਕਰੋ ਕੁਐਸਚਨ, देयर वाज सीन अ स्मॉल बोट इन द सेंटर ऑफ द रिवर। ਤਾਂ ਤੁਹਾਨੂੰ ਕਨਸੈਪਟ ਪਤਾ ਲੱਗ ਗਿਆ ਤੇ ਸੈਂਟਰ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ ਇਹੋ ਜਿਹੀ ਚੀਜ਼ ਦੀ ਥਾਂ ਦੇ ਲਈ ਜਿੱਥੋਂ ਉਹ ਇਕੁਅਲ ਸਾਈਡ ਦੀ ਇਕੁਅਲ ਆਪਣੇ ਕੋਲੇ ਕਹਿ ਲਓ ਡਿਸਟੈਂਸ ਦੇ ਵਿੱਚ, ਸਰਕਲ ਦੇ ਵਿੱਚ ਆਹ ਵਾਲਾ ਜਿਹੜਾ ਪੁਆਇੰਟ ਹੁੰਦਾ ਹੈ ਇਹ ਸਾਰੀਆਂ ਸਾਈਡਾਂ ਤੋਂ ਇਕੁਅਲ ਜਿਹੜੇ ਆਪਣੇ ਕੋਲੇ ਡਿਸਟੈਂਸ ਹੁੰਦਾ ਹੈ, ਇਕੁਅਲ ਦੂਰੀ ਦੇ ਉੱਤੇ ਹੁੰਦਾ ਹੈ, ਇਸੇ ਕਰਕੇ ਵਰਡ ਆਪਾਂ ਸੈਂਟਰ ਯੂਜ਼ ਕਰ ਲਿਆ। ਬਟ ਇੱਥੇ ਰਿਵਰ ਤੋਂ ਇਹ ਸੇਮ ਸੈਂਟਰ ਜਿਹੜਾ ਨਹੀਂ ਵਰਡ ਯੂਜ਼ ਹੋਊਗਾ, ਇੱਥੇ ਆਪਣੇ ਕੋਲੇ ਵਰਡ ਆ ਜਾਂਦਾ ਹੈ ਮਿਡਲ। ਤਾਂ ਰਿਵਰ ਦੇ ਲਈ ਵਰਡ ਯੂਜ਼ ਕਰਦੇ ਆਪਾਂ ਮਿਡਲ ਦਾ। देयर वाज सीन अ स्मॉल boat इन द मिडल ऑफ द रिवर। ਤਾਂ ਤੁਹਾਡੇ ਕੋਲ ਸੀ ਪਾਰਟ ਆ ਜਿਹੜਾ ਇੱਥੇ ਐਰਰ ਹੈ। ਤਾਂ ਇਹ ਵੀ ਕੁਝ ਨਾउन ਹੁੰਦੇ ਆ, ਤਾਂ ਬੇਸਿਕਲੀ ਇਹਨਾਂ ਦਾ ਜ਼ਿਆਦਾ ਕੁਐਸਚਨ ਹੈ ਜਿਹੜੇ ਆਪਣੇ ਕੋਲੇ ਨਹੀਂ ਬਣਦੇ, ਤਾਂ ਇਹ ਆਪਾਂ ਡਿਸਕਸ ਕਰ ਲਿਆ। ਇਹ ਵੀ ਇੱਕ ਤਰੀਕੇ ਦੇ ਟਾਈਪ ਦੇ ਕੁਐਸਚਨ ਹੈ ਜਿਹੜੇ ਤੁਹਾਨੂੰ ਨਾउन ਦੇ ਵਿੱਚ ਦੇਖਣ ਨੂੰ ਮਿਲ ਸਕਦੇ। ਹਾਂਜੀ, आगे चेक करोगे 19 नंबर क्वेश्चन, देयर आर मैनी क्राइटेरियंस दैट हैव बीन लेड डाउन। हाँ जी, तो तुसी चेक करो ਇੱਥੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਤਾਂ ਆਪਾਂ ਕੁਝ ਕੁ ਵਰਡ ਡਿਸਕਸ ਕੀਤੇ ਆ, ਅਗੇਨ ਸਿੰਗੂਲਰ ਤੇ ਪਲੂਰਲ ਫਾਰਮ ਯੂਜ਼ ਕੀਤੀਆਂ ਸੀ ਆਪਾਂ ਕੁਝ ਕੁ ਨਾउन ਦੀਆਂ, ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਫਿਨੋਮੀਨਲ ਵਰਡ, ਫਿਨੋਮੀਨਲ। ਹਾਂਜੀ, ਤਾਂ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ ਹੈ ਉਹਨਾਂ ਨੂੰ ਇਹ ਵਾਲਾ ਕਨਸੈਪਟ ਯਾਦ ਆ ਗਿਆ ਹੋਇਆ। ਤਾਂ ਫਿਨੋਮੀਨਲ ਦਾ ਪਲੂਰਲ ਫਾਰਮ ਕੀ ਹੈ? ਫਿਨੋਮੀਨਾ। ਫਿਨੋਮੀਨਲ ਸਿੰਗੂਲਰ ਹੈ ਤੇ ਫਿਨੋਮੀਨਲ ਵਰਡ ਹੈ ਜਿਹੜਾ ਪਲੂਰਲ ਹੈ। ਹੁਣ ਸਿੰਗੂਲਰ ਫਾਰਮ ਦੇ ਵਿੱਚ ਤੁਸੀਂ ਫਿਨੋਮੀਨਲ ਯੂਜ਼ ਕਰਦੇ ਹੋ, ਪਲੂਰਲ ਫਾਰਮ ਦੇ ਵਿੱਚ ਫਿਨੋਮੀਨਾ ਯੂਜ਼ ਕੀਤਾ ਜਾਂਦਾ। ਉੱਥੇ ਹੀ ਤੁਹਾਨੂੰ ਮੈਂ ਇੱਕ ਵਰਡ ਦੱਸਿਆ ਸੀ ਕ੍ਰਾਈਟੇਰੀਅਨ ਐਂਡ ਕ੍ਰਾਈਟੇਰੀਆ। ਕ੍ਰਾਈਟੇਰੀਅਨ ਹੈ ਜਿਹੜਾ ਉਹ ਸਿੰਗੂਲਰ ਹੈ ਤੇ ਜਿਹੜਾ ਕ੍ਰਾਈਟੇਰੀਆ ਵਰਡ ਹੈ ਉਹ ਪਲੂਰਲ ਹੈ। ਹੁਣ ਇੱਥੇ ਦੇਖੋ ਤੁਸੀਂ ਸੈਂਟੈਂਸ ਦੇ ਵਿੱਚ ਵਰਡ ਆਪਾਂ ਨੂੰ ਕੀ ਚਾਹੀਦਾ, ਸਿੰਗੂਲਰ ਫਾਰਮ ਚ ਚਾਹੀਦਾ ਜਾਂ ਪਲੂਰਲ ਫਾਰਮ ਚ ਚਾਹੀਦਾ? देयर आर मैनी क्राइटेरियंस that have been laid
ਨਾਉਨ ਇੱਥੇ ਮੈਨੀ ਵਰਡ ਹੈ ਜਿਹੜਾ ਦੱਸ ਰਿਹਾ ਕਿ ਜਿਹੜਾ ਆਪਣੇ ਕੋਲੇ ਅੱਗੇ ਵਾਲਾ ਨਾਉਨ ਹੋਊਗਾ ਉਹ ਪਲੂਰਲ ਫਾਰਮ ਦੇ ਵਿੱਚ ਯੂਜ਼ ਹੋਊਗਾ। ਇਹਨੂੰ ਯੂਜ਼ ਕੀਤਾ ਹੋਇਆ ਸਿੰਗੂਲਰ ਫਾਰਮ ਦੇ ਵਿੱਚ, ਸੋ ਇਹ ਆਪਣਾ ਗਲਤ, ਇਹਨੂੰ ਬਣਾਓਗੇ ਤੁਸੀਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰੋਗੇ ਤਾਂ ਵਰਡ ਆਏਗਾ ਕ੍ਰਾਈਟੇਰੀਆ। ਤੁਸੀਂ ਯੂਜ਼ ਕਰੋਗੇ ਵਰਡ ਕ੍ਰਾਈਟੇਰੀਆ ਦਾ, ਕ੍ਰਾਈਟੇਰੀਅਨ ਵਰਡ ਇੱਥੇ ਰੋਂਗ ਹੋਏਗਾ ਤਾਂ ਬੀ ਆਪਸ਼ਨ ਹੈ ਤੁਹਾਨੂੰ ਇੱਥੇ ਆਂਸਰ ਹੈ, ਤਾਂ ਬੀ ਹੈ ਜਿਹੜਾ ਆਪਣਾ ਐਰਰ ਪਾਰਟ ਹੈ ਤੇ ਤੁਸੀਂ ਸੈੱਟ ਕੀਤਾ ਉਹਨੂੰ ਕ੍ਰਾਈਟੇਰੀਆ ਵਰਡ ਯੂਜ਼ ਕਰਕੇ। ਹਾਂਜੀ ਤਾਂ ਅੱਗੇ 20 ਨੰਬਰ ਕੁਐਸਚਨ ਚੈੱਕ ਕਰੋ। ਰਿਆਜ਼ ਐਂਡ ਸੀਤਾ's father know each other very well। ਤਾਂ ਤੁਹਾਨੂੰ ਹਿੰਟ ਦੇ ਦਿੰਦੇ ਆ, ਤਾਂ ਇੱਥੇ ਅਗੇਨ ਤੁਹਾਡੇ ਕੋਲ ਅਪੋਸਟ੍ਰੋਫੀ ਵਾਲਾ ਕੇਸ ਆ ਗਿਆ, ਤਾਂ ਹੁਣ ਅਪੋਸਟ੍ਰੋਫੀ ਚੈੱਕ ਕਰਨੀ ਹੈ ਵੀ ਕਿੱਥੇ ਅਪੋਸਟ੍ਰੋਫੀ ਦਾ ਯੂਜ਼ ਕਰਨਾ ਹੈ ਤੇ ਕਿੱਥੇ ਆਪਣਾ ਅਪੋਸਟ੍ਰੋਫੀ ਦਾ ਯੂਜ਼ ਨਹੀਂ ਹੋਊਗਾ। ਹਾਂਜੀ, ਤਾਂ ਹੁਣ ਕੁਐਸਚਨ ਨੂੰ ਜਦੋਂ ਆਪਾਂ ਪੜਾਂਗੇ ਤਾਂ ਆਪਾਂ ਨੂੰ ਪਤਾ ਲੱਗ ਜੂ ਕਿ ਫਾਦਰ ਦੀ ਗੱਲ ਹੋ ਰਹੀ ਹੈ। ਹੁਣ ਫਾਦਰ ਕਿੰਨੇ ਨੇ? ਦੋ ਨੇ, ਮਤਲਬ ਰੀਆ ਦਾ ਫਾਦਰ ਅਲੱਗ ਹੈ, ਸੀਤਾ ਦਾ ਫਾਦਰ ਅਲੱਗ ਹੈ, ਜਾਂ ਫਿਰ ਦੋਨਾਂ ਦਾ ਸੇਮ ਫਾਦਰ ਹੈ। ਮਤਲਬ ਕੀ ਹੋ ਗਿਆ ਆਪਣੇ ਕੋਲੇ ਰੀਆ ਤੇ ਸੀਤਾ ਦੋਨੋਂ ਆਪਣੇ ਕੋਲੇ ਭੈਣ ਭਰਾ ਨੇ, ਜਾਂ ਦੋਨੋਂ ਭਰਾ ਨੇ, ਦੋਨੋਂ ਭੈਣਾਂ ਨੇ, ਤਾਂ ਇਸ ਤਰੀਕੇ ਨਾਲ ਆਪਾਂ ਸਿਬਲਿੰਗ ਵੀ ਕਹਿ ਸਕਦੇ ਹਾਂ ਵੀ ਇਹ ਸਿਬਲਿੰਗ ਨੇ ਤਾਂ ਦੋਨਾਂ ਦਾ ਸੇਮ ਫਾਦਰ ਹੋ ਸਕਦਾ ਹੈ। ਸੈਕੰਡ ਚੀਜ਼ ਦੋਵੇਂ ਜਿਹੜੇ ਹੈਗੇ ਆਪਣੇ ਕੋਲ ਪਹਿਲੇ ਫਰੈਂਡ ਨੇ ਤਾਂ ਉਹਨਾਂ ਦਾ ਫਾਦਰ ਹੈ ਜਿਹੜਾ ਅਲੱਗ-ਅਲੱਗ ਹੋ ਸਕਦਾ ਹੈ। ਤਾਂ ਹੁਣ ਤੁਸੀਂ ਚੈੱਕ ਕਰਨਾ ਵੀ ਇੱਥੇ ਫਾਦਰ ਕਿੰਨੇ। ਰਿਆਜ਼ ਐਂਡ ਸੀਤਾ's father know each other very well। ਜਿਹੜਾ ਫਾਦਰ ਤੇ ਵਰਡ ਯੂਜ਼ ਕੀਤਾ ਹੈ ਈਚ ਅਦਰ, ਈਚ ਅਦਰ ਦਾ ਮਤਲਬ ਹੁੰਦਾ ਇੱਕ ਦੂਜੇ। ਹੁਣ ਆਪਾਂ ਜੇ ਆਪਦੇ ਆਪ ਦੀ ਗੱਲ ਕਰੀਏ ਤਾਂ ਆਪਾਂ ਆਪਣੇ ਆਪ ਵਰਡ ਯੂਜ਼ ਕਰਦੇ। ਈਚ ਅਦਰ ਯੂਜ਼ ਕੀਤਾ ਇਟ ਮੀਨਸ ਇੱਕ ਦੂਜੇ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉੱਥੇ ਆਪਣੇ ਕੋਲੇ ਇੱਥੋਂ ਪਤਾ ਲੱਗ ਗਿਆ ਆਪਣੇ ਕੋਲੇ ਫਾਦਰ ਨੇ ਜਿਹੜੇ ਦੋ ਨੇ, ਦੋ ਨੇ ਇਟ ਮੀਨਸ ਰੀਆ ਦਾ ਫਾਦਰ ਅਲੱਗ ਹੈ, ਸੀਤਾ ਦਾ ਅਲੱਗ ਹੈ। ਹੋ ਸਕਦਾ ਦੋਨੋਂ ਆਪਣੇ ਕੋਲੇ ਫਰੈਂਡ ਹੋਣ ਤਾਂ ਦੋਵਾਂ ਦੇ ਫਾਦਰ ਵੀ ਅੱਗੇ ਇੱਕ ਦੂਜੇ ਦੇ ਫਰੈਂਡ ਹੋਣ, ਇੱਕ ਦੂਜੇ ਨੂੰ ਜਾਣਦੇ ਹੋਣ, ਤਾਂ ਆਪਣੇ ਕੋਲੇ ਸੈਂਟੈਂਸ ਆ ਜਿਹੜਾ ਇਸ ਤਰੀਕੇ ਨਾਲ ਮੀਨਿੰਗ ਨਿਕਲਿਆ ਵੀ ਦੋ ਪਰਸਨਸ ਦੀ ਗੱਲ ਹੋ ਰਹੀ ਹੈ। ਦੋਵੇਂ ਅਲੱਗ-ਅਲੱਗ ਨੇ ਤਾਂ ਤੁਸੀਂ ਰੀਆ ਦੇ ਨਾਲ ਅਪੋਸਟ੍ਰੋਫੀ ਯੂਜ਼ ਕੀਤੀ, ਠੀਕ ਹੈ। ਸੀਤਾ ਦੇ ਨਾਲ ਅਪੋਸਟ੍ਰੋਫੀ ਯੂਜ਼ ਕੀਤੀ, ਇਹ ਵੀ ਠੀਕ ਹੈ। ਜੇ ਦੋ ਅਲੱਗ-ਅਲੱਗ ਨੇ ਤਾਂ ਤੁਸੀਂ ਦੋਨੋਂ ਦੇ ਨਾਲ ਅਪੋਸਟ੍ਰੋਫੀ ਯੂਜ਼ ਕਰਨੀ ਹੈ ਤਾਂ ਤੁਹਾਡੇ ਕੋਲੇ ਇਹਦੇ ਵਿੱਚ ਕੋਈ ਐਰਰ ਨਹੀਂ, ਇਹ ਪਾਰਟ ਸਹੀ ਹੈ। ਫਾਦਰ ਨੂੰ ਈਚ ਅਦਰ, ਹੁਣ ਦੋ ਨੇ ਤੇ ਈਚ ਅਦਰ ਵਰਡ ਯੂਜ਼ ਕੀਤਾ, ਇਹ ਵੀ ਸਹੀ ਹੈ, ਵੈਰੀ ਵੈਲ। ਤਾਂ ਸੀ ਪਾਰਟ ਦੇ ਵਿੱਚ ਕੋਈ ਐਰਰ ਨਹੀਂ, ਤਾਂ ਤੁਹਾਡਾ ਆਂਸਰ ਆਏਗਾ ਜੀ ਡੀ। ਤਾਂ ਡੀ ਕੀ ਹੈ ਆਪਣਾ ਨੋ ਐਰਰ, ਤਾਂ ਤੁਸੀਂ ਮਾਰਕ ਕਰੋਗੇ ਡੀ ਨੂੰ। ਇਹਦੇ ਵਿੱਚ ਕੋਈ ਐਰਰ ਨਹੀਂ, ਰੀਆ ਤੇ ਸੀਤਾ ਦੋਨੋਂ ਅਲੱਗ-ਅਲੱਗ ਸੀ, ਦੋਨੋਂ ਦੇ ਫਾਦਰ ਅਲੱਗ-ਅਲੱਗ ਨੇ, ਸੋ ਤੁਸੀਂ ਦੋਨਾਂ ਦੇ ਨਾਲ ਅਪੋਸਟ੍ਰੋਫੀ ਹੈ ਜਿਹੜੀ ਯੂਜ਼ ਕਰ ਲੈਣੀ। ਅੱਗੇ ਦੇਖੋਗੇ ਜੀ ਤੁਸੀਂ 21 ਚੈੱਕ ਕਰੋਗੇ ਕੁਐਸਚਨ what is the words limit। ਤਾਂ ਇਹ ਆਪਾਂ ਕਨਸੈਪਟ ਤੁਹਾਨੂੰ ਹਿੰਟ ਦਿੱਤਾ ਜਾਵੇ ਤਾਂ ਅੱਜ ਦੀ ਕਲਾਸ ਦੇ ਵਿੱਚ ਹੀ ਆਪਾਂ ਇਹ ਕਨਸੈਪਟ ਡਿਸਕਸ ਕੀਤਾ ਹੈ। ਤਾਂ ਹੁਣ ਕਨਸੈਪਟ ਕੀ ਡਿਸਕਸ ਕੀਤਾ ਹੈ? ਇਹ ਕਨਸੈਪਟ ਕੀਤਾ ਸੀ ਆਪਾਂ ਕਿ ਕਲਾਸ ਦੇ ਆਪਾਂ ਕਹ ਲਓ ਸਟਾਰਟਿੰਗ ਦੇ ਵਿੱਚ ਹੀ ਆਪਾਂ ਡਿਸਕਸ ਕੀਤਾ ਹੈ ਕਿ ਜੇਕਰ ਤੁਹਾਡੇ ਕੋਲੇ ਨਾਉਨ ਨੂੰ ਐਜ਼ ਐਨ ਐਡਜੈਕਟਿਵ ਤੁਸੀਂ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉਹ ਲੈਣਾ ਹੈ ਸਿੰਗੂਲਰ ਫਾਰਮ ਦੇ ਵਿੱਚ। ਤਾਂ ਹੁਣ ਇੱਥੇ ਦੇਖੋ what is the words limit। ਤਾਂ ਹੁਣ ਸਿੰਪਲ ਕਹਿ ਲਓ ਤਾਂ ਤੁਸੀਂ ਲਿਮਿਟ ਦੀ ਗੱਲ ਕਰ ਰਹੇ ਹੋ, ਤਾਂ ਗੱਲ ਕਿਹਦੀ ਹੋ ਰਹੀ ਹੈ? ਲਿਮਿਟ ਦੀ। ਲਿਮਿਟ ਇੱਕ ਨਾਉਨ ਹੈ, ਤਾਂ ਜਿਹੜੀ ਚੀਜ਼ ਵਰਡ ਹੈ ਇੱਥੇ ਯੂਜ਼ ਕੀਤਾ ਹੋਇਆ ਉਸ ਤੋਂ ਪਹਿਲਾਂ ਵਾਲਾ ਨਾਉਨ ਦੈਟ ਇਜ਼ ਵਰਡਸ। ਇਹ ਕੀ ਹੈ? ਇੱਥੇ ਐਡਜੈਕਟਿਵ ਦਾ ਕੰਮ ਕਰ ਰਿਹਾ ਹੈਗਾ, ਨਾਉਨ ਹੈ ਬਟ ਕੰਮ ਕਾਹਦਾ ਕਰ ਰਿਹਾ? ਐਡਜੈਕਟਿਵ ਦਾ। ਤਾਂ ਤੁਸੀਂ ਕਿਹਾ ਵੀ ਜੇ ਨਾਉਨ ਆਪਾਂ ਐਡਜੈਕਟਿਵ ਫਾਰਮ 'ਚ ਯੂਜ਼ ਕਰਾਂਗੇ ਤਾਂ ਉਹ ਸਿੰਗੂਲਰ ਫਾਰਮ ਵਿੱਚ ਯੂਜ਼ ਹੋਵੇ। ਸਿੰਗੂਲਰ ਫਾਰਮ ਹੋਏਗੀ ਜਿਵੇਂ ਤੁਸੀਂ ਵਰਡਸ ਦਾ ਯੂਜ਼ ਨਹੀਂ ਕਰੋਗੇ, ਇੱਥੇ ਯੂਜ਼ ਕਰੋਗੇ ਵਰਡ। ਸੀ ਪਾਰਟ ਦੇ ਵਿੱਚ ਐਰਰ ਹੈ ਤਾਂ ਉਹਨੂੰ ਟਿਕ ਕਰ ਦੇਣਾ ਹੈ। ਤਾਂ ਆਪਣਾ ਜਿਹੜਾ ਕਰੈਕਸ਼ਨ ਕੀ ਹੋਈ ਹੈ what is the word limit ਤੁਸੀਂ ਇੱਥੇ ਯੂਜ਼ ਕਰੋਗੇ, ਵਰਡਸ ਯੂਜ਼ ਨਹੀਂ ਹੋਊਗਾ ਬਿਕੋਜ਼ ਇਹ ਨਾਉਨ ਹੈ ਤੇ ਯੂਜ਼ ਕੀਤਾ ਜਾ ਰਿਹਾ ਐਜ਼ ਐਨ ਐਡਜੈਕਟਿਵ, ਸੋ ਇਹ ਸਿੰਗੂਲਰ ਫਾਰਮ ਹੋਊਗਾ। ਹਾਂਜੀ ਤਾਂ 22 I have read many books of John Keats। ਤਾਂ ਇੱਥੇ ਅਗੇਨ ਆਪਣੇ ਕੋਲੇ ਵਰਡ ਆ ਗਿਆ ਬੁక్స్। ਤਾਂ ਹੁਣ ਬੁక్స్ ਆਪਾਂ ਅੱਜ ਡਿਸਕਸ ਕੀਤਾ ਹੀ ਹੈ, ਤੇ ਜੇ ਤੁਹਾਡੇ ਕੋਲੇ ਬੁక్స్ ਦਾ ਮੀਨਿੰਗ ਹੈ ਲਿਟਰੇਰੀ ਵਰਕ ਤਾਂ ਤੁਸੀਂ ਬੁక్స్ ਵਰਡ ਯੂਜ਼ ਕਰ ਰਹੇ ਹੋ। ਜੇ ਤੁਹਾਡੇ ਕੋਲੇ ਫਾਇਰ ਵਰਕਸ ਦੀ ਗੱਲ ਹੋ ਰਹੀ ਹੈ, ਫੀਲਡ ਵਰਕਸ ਦੀ ਗੱਲ ਹੋ ਰਹੀ ਹੈ, ਤੁਸੀਂ ਬੁక్స్ ਦਾ ਯੂਜ਼ ਕਰ ਸਕਦੇ ਹੋ। ਬਟ ਜੇ ਸਿੰਪਲ ਵਰਕ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਵਰਕ ਵਰਡ ਹੀ ਯੂਜ਼ ਕਰੋਗੇ। ਅਨਕਾਊਂਟੇਬਲ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਪਲੂਰਲ ਫਾਰਮ ਦੀ ਯੂਜ਼ ਨਹੀਂ ਕੀਤੀ ਜਾਂਦੀ। ਹਾਂਜੀ ਤਾਂ ਹੁਣ ਇੱਥੇ ਆਪਣੇ ਕੋਲੇ ਵਰਕ ਵਰਡ ਹੈ ਜਿਹੜਾ ਲਿਖ ਕੇ I have read ਪੜ੍ਹਿਆ ਤੁਸੀਂ ਮੈਨੀ ਬੁక్స్ ਆਫ ਜੌਨ ਕੀਟਸ। ਜੌਨ ਕੀਟਸ ਕੌਣ ਹੈ? ਜੌਨ ਕੀਟ ਹੈ ਜਿਹੜੇ ਉਹ ਇੱਕ ਅਥਰ ਨੇ, ਰਾਈਟਰ ਨੇ। ਇਟ ਮੀਨਸ ਉਹਨਾਂ ਦੇ ਕੋਈ ਨਾ ਕੋਈ ਗੱਲ ਨੋਵਲ ਹੋਣਗੇ, ਪੋਇਮਾਂ ਹੋਣਗੀਆਂ ਜਿਹੜੀਆਂ ਉਹਨਾਂ ਨੇ ਲਿਖੀਆਂ ਤੇ ਤੁਸੀਂ ਪੜ੍ਹੀਆਂ। ਇਟ ਮੀਨਸ ਇੱਥੇ ਗੱਲ ਹੋ ਗਈ ਆਪਣੇ ਕੋਲੇ ਬਹੁਤ ਲਿਟਰੇਰੀ ਵਰਕ। ਇੱਥੇ ਜਿਹੜਾ ਵਰਕ ਹੈ ਫॉर ਲਿਟਰੇਰੀ ਵਰਕ ਯੂਜ਼ ਕੀਤਾ ਹੋਇਆ, ਕਿਸੇ ਲਿਟਰੇਰੀ ਸਾਹਿਤਕ ਕੰਮ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇਹਦੇ ਨਾਲ ਯੂਜ਼ ਕੀਤਾ ਹੋਇਆ ਵਰਡ ਜਿਹੜਾ ਮੈਨੀ ਹੈ ਇਹ ਦੱਸ ਰਿਹਾ ਵੀ ਇਹ ਕੀ ਹੈ, ਪਲੂਰਲ ਫਾਰਮ ਦੇ ਵਿੱਚ ਹੋਊਗਾ। ਪਲੂਰਲ ਹੈ ਮੀਨਸ ਤੁਸੀਂ ਵਰਕਸ ਦਾ ਯੂਜ਼ ਕੀਤਾ ਹੈ, ਤਾਂ ਇਹ ਵਾਲਾ ਸੈਂਟੈਂਸ ਹੈ ਤੁਹਾਡਾ ਸਹੀ। I have read many works of John Keats। ਤਾਂ ਇੱਥੇ ਤੁਹਾਡੇ ਕੋਲ ਕੋਈ ਐਰਰ ਨਹੀਂ, ਤਾਂ ਤੁਸੀਂ ਡੀ ਪਾਰਟ ਜਿਹੜਾ ਟਿਕ ਕਰ ਦੋਗੇ ਤਾਂ ਡੀ ਪਾਰਟ ਦੇ ਵਿੱਚ ਤੁਹਾਡੇ ਕੋਲ ਇਹਦਾ ਆਂਸਰ ਹੋ ਜਾਏਗਾ, ਤਾਂ ਨੋ ਐਰਰ ਤੁਸੀਂ ਮਾਰਕ ਕਰਨਾ ਹੈ। ਹਾਂਜੀ ਤਾਂ ਆਪਣੇ ਅੱਜ ਦੇ ਕੁਐਸਚਨ ਸੀ 22 ਆਪਾਂ ਕੁਐਸਚਨ ਹੈ ਜਿਹੜੇ ਡਿਸਕਸ ਕਰ ਚੁੱਕੇ ਹਾਂ। ਤਾਂ ਇਹ ਸੀ ਤੁਹਾਡੇ ਅੱਜ ਦੀ ਕਲਾਸ। ਮੈਨੂੰ ਲੱਗਦਾ ਸ਼ਾਇਦ ਤੁਹਾਡੇ ਲਗਭਗ ਸਾਰੇ ਕੁਐਸਚਨ ਤੁਸੀਂ ਸੋਲਵ ਕਰ ਲਏ ਹੋਣਗੇ। ਤਾਂ ਬੇਸਿਕਲੀ ਜਿੰਨਾ ਸਟੂਡੈਂਟਸ ਨੇ ਪਹਿਲੀਆਂ 3 ਕਲਾਸਿਸ ਅਟੈਂਡ ਕੀਤੀਆਂ ਤੇ ਉਹਨਾਂ ਨੂੰ ਜੇ ਇਹ ਕੁਐਸਚਨ ਕਰਨ ਦੇ ਲਈ ਦਿੱਤੇ ਜਾਣ, ਆਈ ਥਿੰਕ ਉਹਨਾਂ ਤੋਂ ਇੱਕ ਦੋ ਕੁਐਸਚਨ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਡਾਊਟ ਹੋਵੇ, ਬਿਕੋਜ਼ ਆਪਾਂ ਇੱਕ ਦੋ ਕੁਐਸਚਨ ਦੇ ਕੰਸੈਪਟ ਹੈ ਜਿਹੜੇ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤੇ। ਬਾਕੀ ਸਾਰੇ ਦੇ ਸਾਰੇ ਕੰਸੈਪਟ ਤੁਹਾਡੇ ਪਿਛਲੀਆਂ ਕਲਾਸਿਸ ਦੇ ਵਿੱਚ ਹੋ ਚੁੱਕੇ ਹੈ।
ਹੁਣ ਜਿਨ੍ਹਾਂ ਸਟੂਡੈਂਟਸ ਨੇ ਉਹ ਪਿਛਲੀਆਂ ਕਲਾਸਿਸ ਅਟੈਂਡ ਨਹੀਂ ਕੀਤੀਆਂ, ਆਈ ਰਿਕੁਐਸਟ ਪਹਿਲਾਂ ਉਹ ਕਲਾਸਿਸ ਜੁਆਇਨ ਕਰ ਲਿਓ, ਉਹਨਾਂ ਨੂੰ ਅਟੈਂਡ ਕਰ ਲਓ, ਫਿਰ ਇਹ ਵਾਲਾ ਕਲਾਸ ਹੈ ਜਿਹੜੀ ਅਟੈਂਡ ਕਰਿਓ ਤੇ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਿਓ, ਤਾਂ ਤੁਹਾਡੇ ਜਿਹੜੇ ਕਨਸੈਪਟ ਹੈ ਉਹ ਕਲੀਅਰ ਹੋ ਜਾਣਗੇ। ਹਾਂਜੀ, ਤੇ ਜੇ ਤੁਹਾਨੂੰ ਕਿਸੇ ਨੂੰ ਇਹਨਾਂ ਕੁਐਸਚਨ ਦੇ ਵਿੱਚ ਕੋਈ ਡਾਊਟ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ। ਆਪਣੇ ਕਮੈਂਟ ਬਾਕਸ ਹੈ ਜਿਹੜਾ ਤੁਹਾਡੇ ਲਈ ਹਮੇਸ਼ਾ ਓਪਨ ਰਹਿੰਦਾ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਆਪਣੇ ਡਾਊਟ ਪੁੱਛ ਲੈਣੇ ਆ। ਤਾਂ ਹਾਂਜੀ, ਤਾਂ ਸੋ ਅੱਜ ਦੀ ਕਲਾਸ ਇੱਥੇ ਆਪਾਂ ਖਤਮ ਕਰਦੇ ਹਾਂ। ਥੈਂਕ ਯੂ। ਅੱਗੇ ਆਪਾਂ ਸਟਾਰਟ ਕਰਾਂਗੇ ਪ੍ਰਨਾਉਨ ਵਾਲਾ ਟੌਪਿਕ। ਸੋ ਬਾਏ।